ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਮਹਿਖਾਸੁਰ ਮਦ ਮਰਦਨੀ ਮਹਾਮੋਦਕ ਦਾ ਸ਼ੱਕਰ। ਜਗਦੰਬਾ ਜੈ ਜੈ ਕਰੀ ਬਕਰ ਧਰੇ ਕਰ ਚੱਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਇਕੱਤਰ ਹੋ ਕੇ ਗੁਰੂ ਚਰਨਾਂ ਚ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ, ਰੱਬੀ ਬਾਣੀ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਗੁਰਦੇਵ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਪਾਵਨ ਸ਼ਬਦ, ਜਿਸ ਵਿੱਚ ਗੁਰਦੇਵ ਨੇ ਨਾਨਕ ਦੁਖੀਆ ਸਭ ਸੰਸਾਰ ਦਾ ਸਿਧਾਂਤ ਪ੍ਰਗਟ ਕੀਤਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੁਰਾਣਕ ਮਤਾਂ ਦੇ ਅਨੁਸਾਰ ਜੋ ਵੱਡੇ ਵੱਡੇ ਅਵਤਾਰੀ ਪੁਰਸ਼ ਇਸ ਸੰਸਾਰ ਦੇ ਵਿੱਚ ਕਿਸ ਪ੍ਰਕਾਰ ਨਾਲ ਬਿਹਬਲ ਹੋਏ, ਉਹਨਾਂ ਦਾ ਜ਼ਿਕਰ ਕੀਤਾ ਹੈ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ। ਪਰਸਰਾਮ ਰੋਵੈ ਘਰ ਸਹੰਸਰ, ਦਾਨ ਦੇ ਇੰਦਰ ਰੁਆਇਆ। ਪਰਸਰਾਮ ਰੋਵੈ ਘਰ ਆਇਆ, ਅਜੈ ਸਰੋਵੈ ਭਿਖਿਆ ਖਾਏ। ਐਸੀ ਦਰਗਹ ਮਿਲੈ ਸਜਾਏ। ਇਹ ਕੁਝ ਪੰਕਤੀਆਂ ਦੀ ਵਿਆਖਿਆ ਮਹਾਕਵੀ ਜੀ ਨੇ ਪਿੱਛੇ ਕੀਤੀ, ਆਪਾਂ ਸਰਵਣ ਕੀਤੀ ਹੈ। ਰੋਵੈ ਪਾਂਡਵ ਭਏ ਮਜੂਰ। ਅੱਜ ਇਸ ਪੰਕਤੀ ਦੀ ਵਿਆਖਿਆ ਮਹਾਕਵੀ ਜੀ ਕਰਨ ਲੱਗੇ ਨੇ ਕਿ ਪਾਂਡਵਾਂ ਨੂੰ ਕਿਵੇਂ ਰੋਣਾ ਪਿਆ। ਮਨ ਬਿਰਤੀਆਂ ਇਕਾਗਰ ਕਰੀਏ। 24ਵਾਂ ਅਧਿਆਏ ਪ੍ਰਾਰੰਭ ਹੋ ਰਿਹਾ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦਾ। ਪਹਿਲਾ ਮੰਗਲਾਚਰਨ ਹੋ ਰਿਹਾ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ। ਮਹਿਖਾਸੁਰ ਮਦ ਮਰਦਨੀ ਮਹਾਮੋਦ ਦਾ ਸ਼ੱਕਰ। ਜਿਹੜੇ ਦਾਨਵ ਨੇ, ਰਾਖਸ਼ ਨੇ, ਉਹਨਾਂ ਰਾਖਸ਼ਾਂ ਨੂੰ ਮਾਰਨੇ ਵਾਲੀ ਪ੍ਰਮਾਤਮਾ ਦੀ ਸ਼ਕਤੀ। ਕਲਗੀਧਰ ਜੀ ਦੇ ਬਚਨ ਨੇ ਮਹਿਖਾਸੁਰ ਮਰਦਨ। ਮਹਿਖਾਸੁਰ ਆਦਿਕ ਦਾਨਵਾਂ ਨੂੰ, ਰਾਖਸ਼ਾਂ ਨੂੰ ਅਕਾਲ ਪੁਰਖ ਦੀ ਸ਼ਕਤੀ ਮਾਰਨੇ ਵਾਲੀ ਹੈ। ਮਦ ਮਰਦਨੀ ਉਹਨਾਂ ਦੇ ਹੰਕਾਰ ਨੂੰ ਖਤਮ ਕਰਨ ਵਾਲੀ ਹੈ। ਮਹਾਮੋਦ ਦਾ ਸ਼ੱਕਰ, ਪਰਮੇਸ਼ਰ ਦੀ ਸ਼ਕਤੀ ਮਹਾਮੋਦ ਪ੍ਰਸੰਨ ਕਰਨ ਵਾਲੀ ਹੈ, ਯਾਨੀ ਕਿ ਖੇੜਾ ਤੇ ਵਿਗਾਸ ਪੈਦਾ ਕਰਨ ਵਾਲੀ ਹੈ। ਜਗਦੰਬਾ ਜੈ ਜੈ ਕਰੀ ਬਕਰ ਧਰੇ ਕਰ ਚੱਕਰ। ਜੋ ਸਾਰੇ ਜਗਤ ਦੀ ਮਾਂ ਵੀ ਹੈ, ਪ੍ਰਮਾਤਮਾ ਪਿਤਾ ਵੀ ਹੈ ਤੇ ਪ੍ਰਮਾਤਮਾ ਮਾਤਾ ਵੀ ਹੈ। ਜਦੋਂ ਪਿਤਾ ਰੂਪ ਚ ਆਰਾਧਦੇ ਨੇ ਉਦੋਂ ਪਿਤਾ ਦਾ ਸਵਰੂਪ ਵਰਣਨ ਹੈ। ਜਦੋਂ ਅਕਾਲ ਪੁਰਖ ਨੂੰ ਮਾਤਾ ਦੇ ਰੂਪ ਚ ਆਰਾਧਦੇ ਨੇ ਉਦੋਂ ਮਾਤਾ ਦੇ ਸਵਰੂਪ ਦਾ ਵਰਣਨ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸ਼ਕਤੀ ਰੂਪ ਹੋ ਕੇ ਸਾਰੇ ਜਗਤ ਦੀ ਮਾਂ ਵੀ ਹੈ ਔਰ ਸਾਰੇ ਜਗਤ ਨੂੰ ਮਾਤਾ ਵਾਂਗੂ ਪਾਲਣੇ ਵਾਲੀ ਹੈ ਪਰਮੇਸ਼ਰ ਦੀ ਸ਼ਕਤੀ। ਉਹਦੇ ਚਰਨਾਂ ਦੇ ਉੱਤੇ ਨਮਸਕਾਰ ਹੈ, ਉਹਦੀ ਜੈ ਜੈਕਾਰ ਹੈ। ਸ੍ਰੀ ਬਾਲਾ ਸੰਧੂਰ ਵਾਚ। ਭਾਈ ਸਾਹਿਬ ਭਾਈ ਬਾਲਾ ਜੀ ਇਹ ਜਨਮ ਸਾਖੀ ਸੁਣਾ ਰਹੇ ਹਨ। ਚੌਪਈ
ਅਬ ਸੁਨ ਪਾਂਡਵ ਕੇਰ ਕਹਾਣੀ। ਕਹਿੰਦੇ ਸੁਣੋ ਹੁਣ ਪਾਂਡਵਾਂ ਦੀ ਕਹਾਣੀ। ਮਹਾਭਾਰਤ ਵਿੱਚ ਜਿਵੇਂ ਨਾ ਪਾਂਡਵਾਂ ਦੀ ਕਹਾਣੀ ਹੈ। ਮਹਾਭਾਰਤ ਬੜਾ ਵਿਸ਼ਾਲ ਗ੍ਰੰਥ ਹੈ ਮਹਾਭਾਰਤ ਦਾ, ਔਰ ਉਹਦੇ ਵਿੱਚ ਜਿਵੇਂ ਪਾਂਡਵਾਂ ਦੀ ਕਹਾਣੀ ਲਿਖੀ ਗਈ ਹੈ ਕਿ ਰੋਵੈ ਪਾਂਡਵ ਭਏ ਮਜੂਰ, ਕਿਵੇਂ ਰੋਏ। ਹਾਲਾਂਕਿ ਦੁਆਪਰ ਯੁੱਗ ਦੇ ਭਗਵਾਨ ਇਹਨਾਂ ਦੀ ਹਜ਼ੂਰੀ 'ਚ ਰਹਿੰਦੇ ਸਨ ਕ੍ਰਿਸ਼ਨ ਜੀ, ਫਿਰ ਵੀ ਨਾ ਪਾਂਡਵਾਂ ਨੂੰ ਰੋਣਾ ਪਿਆ। ਕਿਉਂ ਰੋਣਾ ਪਿਆ, ਕਿਵੇਂ ਰੋਣਾ ਪਿਆ? ਕਹਿੰਦੇ ਹੁਣ ਉਹਦੀ ਵਿਆਖਿਆ ਜੋ ਪੰਕਤੀ ਗੁਰੂ ਨਾਨਕ ਸਾਹਿਬ ਨੇ ਉਚਾਰੀ ਹੈ, ਉਹ ਵਿਆਖਿਆ ਆਪ ਜੀ ਨੂੰ ਸਰਵਣ ਕਰਾਉਂਦੇ ਆ। ਸੁਣੋ ਜੀ। ਜਿਨ ਟਿਗ ਰਹਿਤ ਕ੍ਰਿਸ਼ਨ ਗੁਣ ਖਾਨੀ। ਉਹਨਾਂ ਪਾਂਡਵਾਂ ਦੀ ਕਹਾਣੀ ਸੁਣੋ ਜਿਨ੍ਹਾਂ ਦੇ ਹਦੂਰ ਭਗਵਾਨ ਕ੍ਰਿਸ਼ਨ ਜੀ ਰਹਿੰਦੇ ਸਨ, ਜੋ ਦੁਆਪਰ ਯੁੱਗ ਦੇ ਸੁਆਮੀ ਹਨ। ਸਰਬ ਦਿਸ਼ਾ ਜੀਤੀ ਇੱਕ ਬਾਰੀ। ਪਾਂਡਵ ਇੰਨੇ ਪ੍ਰਬਲ ਹੋ ਗਏ, ਇੱਕ ਵਾਰ ਹਸਤਨਾਪੁਰ ਵਿੱਚ ਇਹਨਾਂ ਨੇ ਆਪਣਾ ਰਾਜ ਕਾਇਮ ਕੀਤਾ, ਔਰ ਚਾਰੇ ਪਾਸੇ ਦੀਆਂ ਦਿਸ਼ਾਵਾਂ ਇਹਨਾਂ ਪਾਂਡਵਾਂ ਨੇ ਜਿੱਤ ਲਈਆਂ। ਰਾਜਸੂ ਮਖ ਕੀਨੋ ਭਾਰੀ। ਔਰ ਰਾਜਸੂ ਯੱਗ ਕੀਤਾ। ਸਾਰੀਆਂ ਦਿਸ਼ਾਵਾਂ ਜਿੱਤਣ ਤੋਂ ਬਾਅਦ ਪਾਂਡਵਾਂ ਨੇ ਰਾਜਸੂ ਯੱਗ ਕੀਤਾ। ਅਮਿਤ ਪਦਾਰਥ ਘਰ ਮਹਿ ਆਏ। ਤੇ ਰਾਜਸੂ ਯੱਗ ਤੋਂ ਬਾਅਦ ਅਮਿਤ ਪਦਾਰਥ ਜਿਹੜੇ ਮਿਣੇ ਨਹੀਂ ਜਾਂਦੇ, ਗਿਣੇ ਨਹੀਂ ਜਾਂਦੇ, ਇਤਨੇ ਪਦਾਰਥ ਇਹਨਾਂ ਪਾਂਡਵਾਂ ਦੇ ਘਰ ਦੇ ਵਿੱਚ ਆਏ। ਸਭ ਦਿਸ਼ ਕੇ ਨਿਰਪ ਪਾਏ ਲਗਾਏ। ਜਿੰਨੇ ਚਾਰੇ ਪਾਸੇ ਦੀਆਂ ਦਿਸ਼ਾਵਾਂ ਦੇ ਰਾਜੇ ਸਨ, ਉਹਨਾਂ ਰਾਜਿਆਂ ਨੂੰ ਪਾਂਡਵਾਂ ਨੇ ਆਪਣੇ ਚਰਨੀ ਲਾ ਲਿਆ, ਯਾਨੀ ਕਿ ਉਹਨਾਂ ਨੂੰ ਆਪਣੇ ਅਧੀਨ ਕਰ ਲਿਆ, ਆਪਣੇ ਜ਼ੇਰ ਕਰ ਲਿਆ। ਕਿਸੇ ਨੂੰ ਆਪਣੇ ਬਲ ਨਾਲ, ਕਿਸੇ ਨੂੰ ਪ੍ਰੇਮ ਨਾਲ, ਕਿਸੇ ਨੂੰ ਧਨ ਦਾ ਲਾਲਚ ਦੇ ਕੇ, ਕਿਸੇ ਨੂੰ ਡਰਾਵਾ ਦੇ ਕੇ, ਕਿਸੇ ਨਾਲ ਜੰਗ ਕਰਕੇ। ਏਦਾਂ ਇਹਨਾਂ ਪਾਂਡਵਾਂ ਨੇ ਚਾਰੇ ਪਾਸੇ ਦੇ ਜਿਹੜੇ ਰਾਜੇ ਸਨ ਉਹ ਜਿੱਤ ਕੇ ਆਪਣੇ ਤਾਬਿਆਂ ਕਰ ਲਏ, ਆਪਣੇ ਅਧੀਨ ਕਰ ਲਏ। ਦੁਰਯੋਧਨ ਕੇ ਢਿਗ ਇੱਕ ਕਾਲਾ। ਹੁਣ ਜਿਹੜਾ ਦੁਰਯੋਧਨ ਸੀ ਉਹ ਈਰਖਾ ਕਰਦਾ ਸੀ ਪਾਂਡਵਾਂ ਨਾਲ। ਇੱਕ ਵਾਰ ਦੁਰਯੋਧਨ ਕਿਤੇ ਮਿਲਣ ਵਾਸਤੇ ਗਿਆ ਹਸਤਨਾਪੁਰ ਵਿੱਚ ਪਾਂਡਵਾਂ ਨੂੰ। ਮਹਿਲ ਬੜਾ ਸੁੰਦਰ ਸੀ, ਬੜੀ ਰਚਨਾ ਅਦਭੁਤ ਸੀ ਹਸਤਨਾਪੁਰ ਵਿੱਚ। ਜਦੋਂ ਦੁਰਯੋਧਨ ਜਾ ਰਿਹਾ ਤੇ ਇੱਕ ਗਲੀਚਾ ਵਿਛਿਆ ਹੋਇਆ ਵੇਖਣ ਨੂੰ ਇੰਜ ਲੱਗਦਾ ਸੀ ਜਿਵੇਂ ਪਾਣੀ ਹੋਵੇ। ਉਹਨੇ ਆਪਣੇ ਕੱਪੜੇ ਉੱਪਰ ਨੂੰ ਚੁੱਕ ਲਏ ਵੀ ਇਹ ਪਾਣੀ ਹੈ, ਪਰ ਉਹ ਪਾਣੀ ਨਹੀਂ ਸੀ, ਗਲੀਚਾ ਸੀ। ਅੱਗੇ ਪਾਣੀ ਸੀ ਤੇ ਉਹਨੂੰ ਇਹਨੇ ਗਲੀਚਾ ਸਮਝ ਲਿਆ ਵੀ ਇਹ ਵੀ ਸ਼ਾਇਦ ਗਲੀਚਾ, ਉਹਦੇ ਵਿੱਚ ਇਹਦੇ ਪੈਰ ਡਿੱਗ ਪਏ। ਦ੍ਰੋਪਦੀ ਖੜੀ ਸੀ, ਉਹਨੇ ਮਖੌਲ ਕਰਦਿਆਂ, ਕਿਉਂਕਿ ਦੁਰਯੋਧਨ ਇਹਦਾ ਦੇਵਰ ਸੀ, ਮਖੌਲ ਕਰਦਿਆਂ ਤਾਨਾ ਮਾਰਿਆ, ਅੰਨੇ ਦਾ ਅੰਨਾ। ਇਹ ਗੱਲ ਸੁਣਦਿਆਂ ਸਾਰ ਦੁਰਯੋਧਨ ਦਾ ਕਲੇਜਾ ਜਿਵੇਂ ਕਿਸੇ ਨੇ ਪਾੜ ਦਿੱਤਾ ਹੋਵੇ ਇਹ ਤਾਨਾ ਸੁਣ ਕੇ। ਉਦੋਂ ਤਾਂ ਨਹੀਂ ਕੁਝ ਕਹਿ ਸਕਿਆ, ਪਰ ਚੇਤੇ 'ਚ ਰੱਖਿਆ। ਅਕਸਰ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ, ਰਾਜਿਆਂ ਦੀ ਸਭਾ ਵਿੱਚ ਵਿਚਰਨੇ ਵਾਲੇ, ਉਹ ਆਪਣੇ ਦਿਲ ਵਿੱਚ ਚਿਰਾਂ ਤਾਈਂ ਇਦਾਂ ਦੀਆਂ ਗੱਲਾਂ ਪਾਲ ਕੇ ਰੱਖਦੇ ਨੇ। ਸਮਾਂ ਆਉਣ ਤੇ ਜਦੋਂ ਉਹਨਾਂ ਨੂੰ ਦਾ ਲੱਗਦਾ ਤੇ ਫਿਰ ਉਹ ਆਪਣਾ ਦਾ ਲਾ ਲੈਂਦੇ ਆ। ਦੱਸਦੇ ਨਹੀਂ ਵੀ ਤੈਨੂੰ ਤੇਰੇ ਇਸ ਬਚਨ ਦਾ ਜਵਾਬ ਦਿੱਤਾ ਜਾਂ ਇਹਦੀ ਸਜ਼ਾ ਦਿੱਤੀ ਹੈ। ਮੌਕੇ ਤੇ ਉਦੋਂ ਭਾਵੇਂ ਉਹ ਹਿਰਦੇ 'ਚ ਹੀ ਰੱਖ ਲੈਣ, ਪਰ ਸਮਾਂ ਪਾ ਕੇ ਉਹਨੂੰ ਪ੍ਰਗਟ ਕਰ ਲੈਂਦੇ ਆ। ਦੁਰਯੋਧਨ ਵਾਪਸ ਆ ਗਿਆ। ਇੱਕ ਵਾਰੀ ਪਾਂਡਵਾਂ ਨੂੰ ਉਹਨੇ ਆਪਣੇ ਘਰ ਸੱਦਿਆ। ਗਏ ਤਹਾਂ ਜੈ ਸਭਾ ਬਿਸਾਲਾ। ਦੁਰਯੋਧਨ ਦੀ ਸਭਾ ਲੱਗੀ ਹੋਈ ਤੇ ਸ਼ਕੁਨੀ ਨੇ ਅੱਗੇ ਜਿਹੜਾ ਛੜਯੰਤਰ ਰਚਿਆ ਹੋਇਆ ਸਾਰਾ, ਦੁਰਯੋਧਨ ਦਾ ਮਾਮਾ ਸੀ ਕੈਰਵਾਂ ਦਾ, ਉਹਨੇ ਸਾਰਾ ਛੜਯੰਤਰ ਰਚਿਆ ਹੋਇਆ ਤੇ ਜੂਆ ਖੇਡਣ ਵਿੱਚ, ਪਾਸਾ ਢਾਲਣ ਵਿੱਚ ਉਹ ਬੜਾ ਉਸਤਾਦ ਸੀ। ਪਾਂਡਵਾਂ ਨੂੰ ਇਹਨੇ ਆਪਣੀ ਸਭਾ ਦੇ ਵਿੱਚ, ਕਚਹਿਰੀ ਦੇ ਵਿੱਚ ਬਿਠਾ ਲਿਆ। ਬੈਠ ਜੂਪ ਤਿਨ ਸੰਗ ਮਚਾਵਾ। ਉਹਨਾਂ ਦੇ ਨਾਲ ਖੇਡਦਿਆਂ ਇਹਨਾਂ ਨੇ, ਦੁਰਯੋਧਨ ਨੇ ਕਿਹਾ ਆਓ ਜੂਆ ਦੀ ਬਾਜੀ ਖੇਡੀਏ। ਰਾਜੇ ਲੋਕ ਅਕਸਰ ਜੂਆ ਖੇਡਦੇ ਹੁੰਦੇ ਸਨ। ਇਹ ਜੂਆ ਖੇਡਣ ਲੱਗੇ, ਪੰਜੇ ਪਾਂਡਵ ਤੇ ਉਧਰ ਦੁਰਯੋਧਨ। ਸ਼ਕੁਨੀ ਜਿਹੜਾ ਸੀ ਉਹ ਪਾਸਾ ਢਾਲਦਾ ਸੀ। ਜੂਆ ਖੇਡਦਿਆਂ ਖੇਡਦਿਆਂ ਕਾਫੀ ਜ਼ਿਆਦਾ ਜੂਆ ਖੇਡਿਆ। ਪ੍ਰਥਮ ਗਲਾਹ ਦਰਬ ਕੋ ਲਾਵਾ। ਪਹਿਲੇ ਦਾ ਉੱਤੇ ਇਹਨਾਂ ਨੇ ਆਪਣਾ ਜਿੰਨਾ ਖਜ਼ਾਨਾ ਸੀ ਉਹ ਲਾ ਦਿੱਤਾ ਪਾਂਡਵਾਂ ਨੇ।
ਕਿ ਸਾਡੇ ਕੋਲ ਜਿੰਨਾ ਖਜ਼ਾਨਾ ਹੈ ਇਸ ਵੇਲੇ ਰੁਪਈਏ ਪੈਸੇ ਨੇ ਉਹ ਅਸੀਂ ਦਾਅ ਤੇ ਲਾਉਂਦੇ ਹਾਂ। ਬਹੁਰ ਮਤੰਗ ਤੁਰੰਗ ਹਰਾਏ। ਦੂਜੇ ਦਾਅ ਉੱਤੇ ਆਪਣੇ ਘੋੜੇ ਹਾਥੀ ਉਹ ਲਾ ਕੇ ਹਾਰ ਗਏ। ਸਿਅੰਦਨ ਭੂਖਨ ਗ੍ਰਾਮ ਲਗਾਏ। ਫਿਰ ਆਪਣੇ ਗਹਿਣੇ, ਫਿਰ ਰਥਾਂ ਗੜਬੈਲਾਂ, ਫਿਰ ਪਿੰਡ ਸ਼ਹਿਰ ਜਿਹੜੇ ਇਹਨਾਂ ਦੇ ਕੋਲ ਸਨ ਇਹਨਾਂ ਦੇ ਰਾਜ ਵਿੱਚ ਉਹ ਇਹਨਾਂ ਨੇ ਦਾਅ ਤੇ ਲਾਏ। ਨਗਰ ਦੇਸ਼ ਸਗਰੋ ਜਿਤਵਾਵਾ। ਫਿਰ ਸਾਰੇ ਨਗਰ ਇੱਥੋਂ ਤੱਕ ਕਿ ਆਪਣਾ ਸਾਰਾ ਦੇਸ਼ ਜੂਏ ਦੇ ਵਿੱਚ ਇਹਨਾਂ ਨੇ ਬਾਜੀ ਵਿੱਚ ਹਾਰ ਦਿੱਤਾ। ਜੁਆਰੀ ਬੰਦਾ ਜਾਣਦਾ ਹੁੰਦਾ ਵੀ ਜੂਆ ਮਾੜਾ ਹੈ, ਪਰ ਉਹਦੀ ਲੱਤ ਇਤਨੀ ਮਾੜੀ ਹੁੰਦੀ ਹੈ ਕਿ ਇੱਕ ਵਾਰੀ ਬੰਦਾ ਜੂਏ ਦੀ ਲੱਤ ਵਿੱਚ ਲੱਗ ਜਾਵੇ ਫਿਰ ਅੱਗੇ ਤੋਂ ਅੱਗੇ ਵੱਧਦਾ ਚੱਲਿਆ ਜਾਂਦਾ ਹੈ। ਇਸ ਉਮੀਦ ਵਿੱਚ ਵੱਧਦਾ ਚੱਲਿਆ ਜਾਂਦਾ ਵੀ ਕਦੇ ਤਾਂ ਜਿੱਤਾਂਗਾ, ਕਦੇ ਤਾਂ ਜਿੱਤਾਂਗਾ, ਇੰਨੇ ਨੂੰ ਸਭ ਕੁਝ ਗਵਾ ਬਹਿੰਦਾ ਹੈ। ਇਸੇ ਬਿਰਤੀ ਦੇ ਨਾਲ ਪਾਂਡਵ ਜਿਉਂ ਖੇਡਣ ਲੱਗੇ ਹੌਲੇ ਹੌਲੇ ਕਰਕੇ ਸਭ ਕੁਝ ਦਾਅ ਤੇ ਲਾਉਂਦਿਆਂ ਹਾਰ ਗਏ। ਵਿਪਨ ਜਾਵਨੋ ਪੁਨ ਠਹਿਰਾਵਾ। ਅਖੀਰ ਨੂੰ ਆਪਣੀ ਘਰ ਵਾਲੀ ਦ੍ਰੋਪਦੀ ਵੀ ਜੂਏ 'ਚ ਹਾਰ ਗਏ। ਅਖੀਰ ਨੂੰ ਇੱਕ ਬਾਜੀ ਇਹਨਾਂ ਨੂੰ ਹੋਰ ਲਾਣੀ ਪਈ। ਉਹ ਕਹਿੰਦੇ ਹਜੇ ਵੀ ਤੇਰੇ ਕੋਲ ਹੈ ਕਿ 12 ਸਾਲਾਂ ਦਾ ਜੰਗਲ ਦਾ ਬਨਵਾਸ ਔਰ 13ਵਾਂ ਸਾਲ ਉਹ ਤੁਹਾਨੂੰ ਗੁਪਤ ਹੋ ਕੇ ਰਹਿਣਾ ਪਵੇਗਾ। ਜੇ ਫੜੇ ਗਏ ਤੇ ਫਿਰ ਉੱਥੋਂ 12 ਸਾਲ ਸ਼ੁਰੂ ਹੋ ਜਾਣਗੇ। 1 ਸਾਲ ਤੁਹਾਨੂੰ ਗੁਪਤ ਰਹਿਣਾ ਪਵੇਗਾ ਵੀ ਤੁਹਾਡਾ ਪਤਾ ਨਾ ਲੱਗੇ ਤੁਸੀਂ ਕਿੱਥੇ ਹੋ। ਜੇ ਫੜੇ ਗਏ ਤੇ ਫਿਰ 12 ਸਾਲ ਦਾ ਯਾਤਰਾ ਜੰਗਲ ਦਾ ਬਨਵਾਸ ਫਿਰ ਸ਼ੁਰੂ ਹੋ ਜਾਏਗਾ। ਫਿਰ ਇਹ ਵੀ ਦਾਅ ਖੇਡਿਆ ਤੇ ਇੱਥੇ ਵੀ ਹਾਰ ਗਏ। ਦ੍ਰੁਪਦ ਸੁਤਾ ਜਬ ਹੀ ਦਿਹਾਰੀ। ਦ੍ਰੁਪਦ ਸੁਤਾ ਰਾਜੇ ਦ੍ਰੁਪਦ ਦੀ ਲੜਕੀ ਜਿਹਦਾ ਨਾਂ ਸੀ ਦ੍ਰੋਪਦੀ, ਉਹ ਦ੍ਰੋਪਦੀ ਨੂੰ ਵੀ ਜਦੋਂ ਹਾਰ ਗਏ। ਮੰਦਮਤੀ ਹਰਖੇ ਉਰ ਪਾਰੀ। ਕੌਰਵ ਜਿਹੜੇ ਕੈਰਵ ਸਨ ਉਹ ਮਾੜੀ ਮੱਤ ਵਾਲੇ, ਉਹ ਉਸ ਵਕਤ ਬੜੇ ਖੁਸ਼ ਹੋਏ। ਰਿਤ ਯੁੱਤ ਹੁਤੀ ਕੇਸ ਗਹਿ ਆਨੀ। ਕਹਿੰਦੇ ਉਸ ਵਕਤ ਕੇਸਾਂ ਤੋਂ ਪਕੜ ਕੇ ਧਰੀਕ ਕੇ ਇਹਨੂੰ ਆਪਣੀ ਸਭਾ 'ਚ ਲਿਆਂਦਾ ਦੁਰਯੋਧਨ ਨੇ। ਆਪਣੀ ਉਸ ਹੱਤਕ ਦਾ ਜਦੋਂ ਇਹਨੇ ਕਿਹਾ ਸੀ ਨਾ ਅੰਨੇ ਦਾ ਅੰਨਾ, ਕਈ ਸਾਲਾਂ ਬਾਅਦ ਉਹਦਾ ਵੈਰ ਇਹਨੇ ਅੱਜ ਲਿਆ। ਅੰਦਰ ਸਭਾ ਦੁਸ਼ਾਸਨ ਹੈ, ਕੇਸੋਂ ਪਕੜ ਪੰਚਾਲੀ ਆਂਦੀ। ਕੇਸਾਂ ਤੋਂ ਪਕੜ ਕੇ ਧੂ ਕੇ ਇਹਨੂੰ ਕੈਰਵਾਂ ਦੀ ਸਭਾ 'ਚ ਲਿਆ ਕੇ ਹੁਕਮ ਕੀਤਾ ਦੁਰਯੋਧਨ ਨੇ ਵੀ ਇਹਨੂੰ ਨਿਰਵਸਤਰ ਕਰੋ। ਕਿਨਹੋ ਛੁਰਾਵਨ ਕੀ ਨਾ ਬਖਾਨੀ। ਕਿਸੇ ਨੇ ਛੁਡਾਇਆ ਨਹੀਂ। ਦ੍ਰੋਪਦੀ ਨੇ ਕਈਆਂ ਦੇ ਅੱਗੇ ਪਾਂਡਵਾਂ ਨੂੰ ਪੁਕਾਰ ਕੀਤੀ, ਉਹ ਤੁਸੀਂ ਮੇਰੇ ਪਤੀ ਹੋ। ਇੱਕ ਵਿਦਵਾਨ ਬੜਾ ਸੋਹਣਾ ਬਚਨ ਕਹਿੰਦਾ ਹੈ, ਉਹ ਕਹਿੰਦਾ ਇਹ ਸੰਸਾਰ ਮਹਾਭਾਰਤ ਹੈ। ਇਹ ਸੰਸਾਰ ਮਹਾਭਾਰਤ ਹੈ। ਇਹਦੇ ਵਿੱਚ ਜਿਹੜਾ ਮਨੁੱਖ ਹੈ ਜੀਵ ਰੂਪੀ ਇਸਤਰੀ ਇਹ ਦ੍ਰੋਪਦੀ ਹੈ, ਔਰ ਜਿਹੜੇ 5 ਵਿਕਾਰ ਨੇ 5 ਪਾਂਡਵ ਨੇ। ਹੁਣ ਜਿਹੜੀ ਦ੍ਰੋਪਦੀ 5 ਪਾਂਡਵ ਨਾਲ ਯਾਨੀ ਕਿ 5 ਵਿਕਾਰਾਂ ਵਾਲੇ ਪਾਸੇ ਜਾਏਗੀ, ਇਹ ਵਿਧਾਨ ਹੈ ਮਹਾਭਾਰਤ ਦਾ ਵੀ ਉਹ ਨਿਰਵਸਤਰ ਹੋਵੇਗੀ, ਉਹ ਬੇਆਬਰੂ ਹੋਵੇਗਾ ਹੀ ਹੋਵੇਗਾ। 5 ਪਾਂਡਵ 5 ਵਿਕਾਰ ਨੇ। ਇਹ ਜੀਵ ਰੂਪੀ ਇਸਤਰੀ ਦ੍ਰੋਪਦੀ ਹੈ। ਉਹਨਾਂ 5 ਵਿਕਾਰਾਂ ਨੂੰ ਜੇ ਆਪਣਾ ਪਤੀ ਬਣਾਵੇਗੀ ਆਪਣੇ ਸਵਾਮੀ ਮਾਲਕ ਪਰਮੇਸ਼ਰ ਨੂੰ ਛੱਡ ਕੇ, ਤਾਂ ਫਿਰ ਇਹ ਬੇਆਬਰੂ ਹੋਵੇਗੀ। ਜੇ ਉਹਨਾਂ 5 ਦਾ ਖਹਿੜਾ ਛੱਡ ਕੇ ਇੱਕ ਪਰਮੇਸ਼ਰ ਦੀ ਟੇਕ ਰੱਖ ਲਵੇ, ਭਰੋਸਾ ਰੱਖ ਲਵੇ, ਤਾਂ ਫਿਰ ਇਹ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਸਤਿਕਾਰੀ ਜਾਂਦੀ ਹੈ, ਇੱਜ਼ਤ ਸਹਿਤ ਹੋ ਜਾਂਦੀ ਹੈ। ਹੁਣ ਇਹਦੇ 5 ਪਤੀ ਸਨ, ਉਹਨਾਂ ਨੂੰ ਰੋਈ ਕਗਿਆਈ ਵੀ ਮੈਨੂੰ ਬਚਾਓ, ਪਰ ਹੁਣ ਉਹ ਉਸ ਵਕਤ ਸਿਰ ਧੋਣਾ ਨੀਵੀਆਂ ਕਰਕੇ ਬੈਠੇ ਰਹੇ ਵੀ ਅਸੀਂ ਤਾਂ ਹਾਰ ਗਏ ਆ ਇਹਨੂੰ। ਹਾਲਾਂਕਿ ਜੇ ਕਿਤੇ ਉਦੋਂ ਹਥਿਆਰ ਚੁੱਕ ਲੈਂਦੇ, ਮੁਸ਼ਕਲ ਨਾਲ 10 ਜਾਂ 20 ਬੰਦੇ ਉੱਥੇ ਮਰਨੇ ਸਨ, ਵੱਧ ਤੋਂ ਵੱਧ 50 ਮਰ ਜਾਂਦੇ। ਪਰ ਉਦੋਂ ਕਿ ਅਸੀਂ ਤਾਂ ਇਹਨੂੰ ਹਾਰ ਗਏ ਆ, ਇੱਕ ਝੂਠੀ ਜੀ ਨਮੋਸ਼ੀ 'ਚ ਸਿਰ ਸੁੱਟ ਕੇ ਬੈਠੇ ਰਹੇ। ਮੁੜ ਕੇ ਕੁਰੂਕਸ਼ੇਤਰ ਦੀ ਧਰਤੀ ਦੇ ਉੱਤੇ ਲੱਖਾਂ ਲੋਕ ਮਰੇ, ਮਹਾਭਾਰਤ ਦਾ ਵੱਡਾ ਜੰਗ ਹੋਇਆ। ਦ੍ਰੋਪਦੀ ਨੇ ਪਹਿਲਾਂ ਇਹਨਾਂ ਨੂੰ ਪੁਕਾਰ ਕੀਤੀ, ਇਹਨਾਂ ਨੇ ਨਹੀਂ ਸੁਣੀ। ਇਹਨਾਂ ਦੀ ਕੁਲ ਦਾ ਗੁਰੂ ਸੀ ਦਰੋਣਾਚਾਰਿਆ, ਉਹਨੂੰ ਪੁਕਾਰ ਕੀਤੀ
ਧ੍ਰਿਤਰਾਸ਼ਟਰ ਨੂੰ ਕਿਹਾ, ਭੀਸ਼ਮ ਪਿਤਾਮਾ ਨੂੰ ਕਿਹਾ ਵੀ ਤੂੰ ਤਾਂ ਸਹੁਰਾ ਮੇਰਾ ਦਾਦਾ, ਤੇ ਗੰਗਾ ਦਾ ਪੁੱਤਰ ਤੈਨੂੰ ਕਿਹਾ ਜਾਂਦਾ ਤੂੰ ਜਤੀ ਆ, ਤੂੰ ਤਾਂ ਵੇਖ ਮੇਰੀ ਰੱਖਿਆ ਕਰ, ਕੁਝ ਤਾਂ ਬੋਲ। ਉਹ ਵੀ ਸਿਰ ਨੀਵਾਂ ਕਰਕੇ ਬੈਠਾ ਰਿਹਾ। ਅਖੀਰ ਜਦੋਂ ਸਾਰੇ ਪਾਸਿਓਂ ਹਾਰ ਗਈ, ਵੇਖਿਆ ਵੀ ਦਰਵਾਜ਼ੇ ਬੰਦ ਨੇ ਹੁਣ ਚਾਰੇ ਪਾਸਿਓਂ, ਕੋਈ ਬਾਂਹ ਨਹੀਂ ਫੜਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਫਿਰ ਉਸ ਵਕਤ ਹਾਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਫਿਰ ਭਗਵਾਨ ਨੂੰ ਚੇਤੇ ਕੀਤਾ ਕਿ ਭਗਵਾਨ ਜੀ ਹੁਣ ਤੁਸੀਂ ਰੱਖਿਆ ਕਰੋ। ਤੋ ਪਾਰ ਬ੍ਰਹਮ ਪਰਮੇਸ਼ਰ ਦੀ ਆਗਿਆ ਪ੍ਰਾਪਤ ਕਰਕੇ ਭਗਵਾਨ ਕ੍ਰਿਸ਼ਨ ਜੀ ਨੇ ਇਹਦੀ ਰੱਖਿਆ ਕੀਤੀ। ਗੁਰਬਾਣੀ ਦਾ ਮਹਾਵਾਕ ਹੈ, ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ। ਇਹਨੂੰ ਭਗਤਾਂ ਦੀ ਕੈਟਾਗਰੀ ਵਿੱਚ ਗਿਣਿਆ ਗਿਆ ਦ੍ਰੋਪਦੀ ਨੂੰ। ਕਹਿੰਦੇ ਸਾਰਿਆਂ ਨੂੰ ਪੁਕਾਰ ਕੀਤੀ, ਪਰ ਇਹਦੀ ਪੁਕਾਰ ਕਿਸੇ ਨੇ ਨਹੀਂ ਸੁਣੀ। ਠਾਂਡੀ ਕਰ ਕੈ ਸਭਾ ਮਝਾਰੀ, ਸਭਾ ਦੇ ਵਿੱਚ ਖੜਿਆਂ ਕਰਕੇ ਕਹਿਣ ਲੱਗੇ ਦੇਹੋਂ ਚੀਰ ਉਤਾਰੀ। ਦੁਰਯੋਧਨ ਕਹਿੰਦਾ ਕਿ ਇਹਨੂੰ ਨਿਰਵਸਤਰ ਕੀਤਾ ਜਾਵੇ। ਲੱਗੇ ਉਤਾਰਨ ਰਹਿ ਗਏ ਹਾਰੀ। ਉਸ ਵਕਤ ਇਹਦੇ ਵਸਤਰ ਉਤਾਰਨੇ ਸ਼ੁਰੂ ਕੀਤੇ ਦੁਸ਼ਾਸਨ ਨੇ। ਉਹ ਹਾਰ ਗਿਆ, ਵਸਤਰ ਉਤਾਰਦਾ। ਲਖ ਹੈ ਨਾ ਸਾਰੀ ਕੀ ਜਨ ਨਾਰੀ। ਕਹਿੰਦੇ ਜਿਹੜੇ ਉਹ ਕੱਪੜੇ ਸਨ, ਜਦੋਂ ਜਿਉਂ-ਜਿਉਂ ਖਿੱਚਣ ਲੱਗਾ, ਕਹਿੰਦੇ ਉਹ ਕੱਪੜੇ ਮੁੱਕਣ ਤੇ ਨਹੀਂ ਆਉਂਦੇ। ਇਹ ਇਉਂ ਜਾਪਦਾ ਕਿ ਮਾਨੋ ਇਹ ਔਰਤ ਨਹੀਂ, ਕੱਪੜਿਆਂ ਦਾ ਇੱਕ ਭੰਡਾਰ ਤਿਆਰ ਕੀਤਾ ਹੋਵੇ ਪਰਮੇਸ਼ਰ ਨੇ, ਭਗਵਾਨ ਨੇ। ਕੱਪੜਿਆਂ ਦਾ ਕਿਲਾ ਉਸਾਰਿਆ ਗਿਆ। ਸਭਾ ਬਿਖੈ ਅੰਬਰ ਅੰਬਾਰੂ। ਕਹਿੰਦੇ ਦੁਰਯੋਧਨ ਦੀ ਸਭਾ ਵਿੱਚ, ਕੈਰਵਾਂ ਦੀ ਸਭਾ ਵਿੱਚ ਕੱਪੜਿਆਂ ਦੇ ਉੱਚੇ ਉੱਚੇ ਢੇਰ ਲੱਗ ਗਏ। ਲੱਗਿਓ ਮਹਾਨ ਹੈ ਪਾਈਅਤ ਪਾਰੂ। ਕਹਿੰਦੇ ਪਾਰਲੇ ਪਾਸੇ ਵਾਲੇ ਬੈਠੇ ਬੰਦੇ ਨਜ਼ਰ ਨਹੀਂ ਸੀ ਆਉਂਦੇ। ਦੁਸ਼ਾਸਨ ਖਿੱਚਦਾ ਕੱਪੜੇ, ਪਸੀਨੋ ਪਸੀਨੀ ਹੋ ਕੇ ਹੰਬ ਕੇ ਡਿੱਗ ਪਿਆ। ਦੁਤੀਏ ਦਿਸ਼ਾ ਕੇ ਨਰ ਨਾ ਦਿਸਾਈ। ਇੰਨੇ ਕੱਪੜਿਆਂ ਦਾ ਢੇਰ ਲੱਗਾ ਕਿ ਪਾਰਲੇ ਪਾਸੇ ਉਸ ਢੇਰ ਦੇ ਬੰਦੇ ਬੈਠੇ ਨਜ਼ਰ ਨਹੀਂ ਆਉਂਦੇ। ਅਸ ਰਖਿਆ ਕੀਨੀ ਜਗ ਸਾਈ। ਏਦਾਂ ਭਗਵਾਨ ਨੇ ਦ੍ਰੋਪਦੀ ਦੀ ਰੱਖਿਆ ਕੀਤੀ, ਇਹਦੀ ਲਾਜ ਰੱਖੀ। ਬਹੁਰੋ ਗਮਨੇ ਬਿਪਨ ਮਝਾਰਾ। ਉਦੋਂ ਲਾਜ ਰੱਖੀ ਜਦੋਂ ਪੰਜਾਂ ਦੀ ਟੇਕ ਛੱਡ ਦਿੱਤੀ ਇਹਨੇ ਵੀ, ਹੁਣ ਇਹ ਪੰਜ ਨਹੀਂ ਮੇਰੇ ਕੰਮ ਦੇ। ਪਰਮੇਸ਼ਰ ਦੀ ਟੇਕ ਰੱਖੀ ਤੇ ਪਰਮੇਸ਼ਰ ਨੇ ਲਾਜ ਰੱਖ ਲਈ। ਇਹ ਜੀਵ ਵੀ ਜਦੋਂ ਪੰਜਾਂ ਤੋਂ ਛੁਟਕਾਰਾ ਪ੍ਰਾਪਤ ਕਰਕੇ ਪਰਮੇਸ਼ਰ ਦੀ ਸ਼ਰਨ ਪੈ ਜਾਏ ਤੇ ਅਕਾਲ ਪੁਰਖ ਇਸ ਜੀਵ ਰੂਪੀ ਦ੍ਰੋਪਦੀ ਦੀ ਰੱਖਿਆ ਕਰਨ ਨੂੰ ਤਿਆਰ ਹੋ ਜਾਂਦਾ ਹੈ। ਬਸ ਉਹਦੀ ਟੇਕ ਤਾਂ ਗ੍ਰਹਿਣ ਕਰੇ, ਉਹਦੇ ਚਰਨਾਂ ਵਿੱਚ ਆਪਣਾ ਆਪ ਸਮਰਪਣ ਤਾਂ ਕਰੇ, ਪਰ ਇਹਨੂੰ ਇਹ ਖਬਰ ਇੱਧਰ ਦਰਵਾਜ਼ਾ ਖੁੱਲ ਜੇ ਮੇਰੇ ਵਾਸਤੇ, ਇੱਧਰੋਂ ਕੋਈ ਮੇਰੀ ਬਾਂਹ ਫੜ ਲਵੇ। ਖਾਲਸਾ ਜੀ ਸਰਬ ਪਾਸਿਓਂ ਜਿਹੜੇ ਵੇਖ ਲੈਣ ਵੀ ਹੁਣ ਸਾਰੇ ਦਰਵਾਜ਼ੇ ਬੰਦ ਨੇ, ਫਿਰ ਉਹ ਪਰਮੇਸ਼ਰ ਦੀ ਟੇਕ ਰੱਖਣ ਤੇ ਪਰਮੇਸ਼ਰ ਬੌੜੀ ਕਰਦਾ ਹੈ। ਹਾਂਜੀ, ਰਹੇ ਤਹਾਂ ਸਹਿ ਕਸ਼ਟ ਅਪਾਰਾ। ਕਹਿੰਦੇ ਇਸ ਪ੍ਰਕਾਰ ਨਾਲ ਫਿਰ ਇਹ ਬੜੇ ਦੁਖੀ ਹੋਏ। ਪੰਜੇ ਪਾਂਡਵ ਬੜੇ ਵਿਆਕੁਲ ਤੇ ਦੁਖੀ। ਕਿੰਨਾ ਦੁੱਖ ਭੋਗਣਾ ਪਿਆ ਹੋਵੇਗਾ ਕਿ ਜਦੋਂ ਇਹ ਹੁਕਮ ਕੀਤਾ ਹੋਣਾ ਦੁਰਯੋਧਨ ਨੇ ਕਿ ਦ੍ਰੋਪਦੀ ਨੂੰ ਇੱਥੇ ਮੇਰੀ ਸਭਾ 'ਚ ਨਿਰਵਸਤਰ ਕਰਕੇ ਜਾਂਘਾਂ ਤੇ ਬਿਠਾਓ, ਤੇ ਉਹਨਾਂ ਪਾਂਡਵਾਂ ਨੂੰ ਕੈਸਾ ਦੁੱਖ ਤੇ ਕੈਸੀ ਤਕਲੀਫ ਹੋਈ ਹੋਵੇਗੀ ਬੈਠਿਆਂ ਨੂੰ ਇਹ ਵੇਖ ਕੇ, ਪਰ ਬੋਲੇ ਨਹੀਂ ਹੋਣਗੇ। ਕਿਵੇਂ ਉਹਨਾਂ ਨੇ ਬਰਦਾਸ਼ਤ ਕੀਤਾ ਹੋਣਾ, ਕਿਤਨੀ ਪੀੜਾ ਨਾਲ ਉਹ ਆਹਤ ਹੋਣਗੇ। ਕਹਿੰਦੇ ਇਸ ਤਰ੍ਹਾਂ ਇਹ ਦੁਖੀ ਹੋਏ। ਦਵਾਦਸ਼ ਸੰਮਤ ਫਿਰਤ ਬਿਤਾਏ। ਫਿਰ 12 ਸਾਲਾਂ ਵਾਸਤੇ ਜੰਗਲ 'ਚ ਜਾਣਾ ਪਿਆ ਇਹਨਾਂ ਨੂੰ। ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਵੀ ਇਹਨਾਂ ਨੂੰ 5 ਪਿੰਡ ਦੇ ਦੇ। ਦੁਰਯੋਧਨ ਉਹ ਕਹਿੰਦਾ 5 ਪਿੰਡਾਂ ਦੀ ਗੱਲ ਕਰਦਾ, ਮੈਂ ਇਹਨਾਂ ਨੂੰ ਸੂਈ ਦੇ ਨੱਕੇ ਜਿੰਨੀ ਥਾਂ ਨਾ ਦਿਆਂ। ਤੋ ਪੰਜੇ ਪਾਂਡਵ ਦ੍ਰੋਪਦੀ ਦੇ ਸਮੇਤ ਜੰਗਲਾਂ ਵਿੱਚ ਦਰਬਦਰ ਭਟਕਣ ਲੱਗੇ। 12 ਸਾਲਾਂ ਲਈ ਜੰਗਲ 'ਚ ਰਹੇ। ਦਸਵੇਂ ਦੁਰਨੋ ਠਹਿਰਾਏ। ਹੁਣ ਜਿਹੜੀ ਸ਼ਰਤ ਸੀ ਉਹਦੇ ਮੁਤਾਬਕ 13ਵਾਂ ਸਾਲ ਇਹਨਾਂ ਨੇ ਲੁਕ ਕੇ ਕੱਟਣਾ ਸੀ, ਕਿਉਂਕਿ ਜੇ 13ਵੇਂ ਸਾਲ ਵਿੱਚ ਲੁਕ ਕੇ ਨਾ ਰਹਿੰਦੇ, ਫੜੇ ਜਾਂਦੇ, ਤੇ ਫਿਰ 12 ਸਾਲ ਸ਼ੁਰੂ ਹੋ ਜਾਣੇ ਸੀ। ਇਸ ਕਰਕੇ ਇਹਨਾਂ ਨੇ 13ਵਾਂ ਸਾਲ ਲੁਕ ਕੇ ਰਹਿਣ ਦੀ ਸਲਾਹ ਕੀਤੀ। ਉਤੋ ਬਰਾਠ ਮਦਰ ਅਵਨੀਪਾ। ਮਦਰ ਦੇਸ਼ ਦਾ ਰਾਜਾ ਸੀ, ਰਾਜਾ ਵਿਰਾਟ। ਰਾਜੇ ਵਿਰਾਟ ਦੀ ਸ਼ਰਨ ਦੇ ਵਿੱਚ ਆ ਗਏ। ਵਿਰਾਟ ਨੂੰ ਨਹੀਂ ਦੱਸਿਆ ਕਿ ਅਸੀਂ ਪਾਂਡਵ ਹਾਂ।
ਭੇਸ ਵਟਾ ਕੇ ਹੋਰ ਰੂਪ ਦੇ ਵਿੱਚ ਉਹਦੇ ਕੋਲ ਆ ਕੇ ਰਹਿਣ ਲੱਗੇ। ਪਹੁੰਚੇ ਤਿਹ ਕੇ ਜਾਏ ਸਮੀਪਾ। ਮਦਰ ਦੇਸ਼ ਦਾ ਜਿਹੜਾ ਰਾਜਾ ਸੀ, ਪੰਜਾਬ ਦੇ ਇਲਾਕੇ ਨੂੰ, ਇੱਧਰ ਜਿਹੜਾ ਨਨਕਾਣਾ ਸਾਹਿਬ ਤੋਂ ਪਰੇ ਦਾ ਇਲਾਕਾ, ਇਹਨੂੰ ਮਦਰ ਦੇਸ਼ ਕਹਿ ਦਿੰਦੇ ਆ। ਤੋ ਪੰਜਾਬ ਦਾ ਇਹ ਇਲਾਕਾ, ਇੱਥੇ ਵਿਰਾਟ ਰਾਜਾ ਜਿਹੜਾ ਸੀ ਰਾਜ ਕਰਦਾ ਸੀ, ਉਹਦੇ ਕੋਲੇ ਚੱਲ ਕੇ ਆਏ। ਧਰਮਜ ਚੌਪਰ ਕੇ ਰਖਿਡਾਵਾ। ਕਹਿੰਦੇ ਆ ਕੇ ਜਿਹੜਾ ਧਰਮਜ ਸੀ, ਧਰਮਜ ਕਹਿੰਦੇ ਆ ਯੁਧਿਸ਼ਟਰ ਨੂੰ, ਇਹ ਚੌਪੜ ਦੀ ਖੇਡ ਖੇਡਣ ਵਾਲਾ ਖਿਡਾਰੀ ਬਣ ਕੇ ਰਾਜੇ ਵਿਰਾਟ ਕੋਲ ਰਹਿਣ ਲੱਗਾ। ਧਰਮਜ ਚੌਪਰ ਕੇਰ ਖਿਡਾਵਾ, ਇਹਦਾ ਕੰਮ ਸੀ ਜਦੋਂ ਰਾਜਾ ਵਿਰਾਟ ਚੌਪੜ ਖੇਡਦਾ ਸੀ ਤੇ ਡੱਲ ਸੁੱਟਦਾ ਸੀ, ਇਹ ਉਸ ਰੂਪ ਦੇ ਵਿੱਚ ਆ ਕੇ ਰਹਿਣ ਲੱਗਾ। ਕੇਕ ਨਾਮ ਆਪਣੋ ਤਹ ਧਰਵਾਵਾ। ਹਾਂ, ਇਹਨੇ ਆਪਣਾ ਨਾਮ ਕੰਕ ਰਖਵਾਇਆ, ਕੰਕ ਨਾਮ ਧਰਵਾ ਕੇ ਉੱਥੇ ਰਹਿਣ ਲੱਗਾ ਰਾਜੇ ਵਿਰਾਟ ਕੋਲ। ਭੀਮ ਰਸੋਈਆ ਬੱਲਭ ਨਾਮੂ। ਤੇ ਜਿਹੜਾ ਭੀਮ ਸੀ ਦੂਸਰਾ ਪਾਂਡਵ, ਇਹ ਰਸੋਈਆ ਬਣ ਕੇ, ਲਾਂਗਰੀ ਬਣ ਕੇ ਉੱਥੇ ਰਹਿਣ ਲੱਗਾ ਰਾਜੇ ਵਿਰਾਟ ਦੀ ਰਸੋਈ ਵਿੱਚ, ਲਾਂਗਰੀ ਬਣ ਕੇ ਕੰਮ ਕਰਦਾ। ਇਹਨੇ ਆਪਣਾ ਨਾਮ ਰਖਾਇਆ ਬੱਲਭ। ਇਹ ਬੱਲਭ ਨਾਮ ਰਖਾ ਕੇ ਉੱਥੇ ਰਸੋਈਆ ਬਣ ਕੇ ਰਹਿਣ ਲੱਗਾ ਭੇਸ ਵਟਾ ਕੇ। ਭੋਜਨ ਕਰਨ ਕੀਨ ਸਭ ਕਾਮੂ। ਇਹ ਪ੍ਰਸ਼ਾਦਾ ਪਾਣੀ ਤਿਆਰ ਕਰਦਾ ਉੱਥੇ ਰਸੋਈ 'ਚ, ਲੰਗਰ ਤਿਆਰ ਕਰਦਾ, ਭੋਜਨ ਤਿਆਰ ਕਰਦਾ। ਸ਼ਸਤਰ ਅਸਤਰ ਧਰ ਬਾਹਰ ਸਭ ਹੀ। ਜਿਹੜੇ ਇਹਨਾਂ ਪਾਂਡਵਾਂ ਦੇ ਆਪਣੇ ਸ਼ਸਤਰ ਤੇ ਅਸਤਰ ਸੀ, ਉਹ ਇਹਨਾਂ ਨੇ ਸਾਰੇ ਬਾਹਰ ਹੀ ਛੱਡ ਦਿੱਤੇ ਸੀ, ਕਿਉਂਕਿ ਜੇ ਸ਼ਸਤਰਾਂ ਅਸਤਰਾਂ ਸਹਿਤ ਆਉਂਦੇ ਤੇ ਪਛਾਣੇ ਜਾਂਦੇ ਵੀ ਇਹ ਤਾਂ ਪਾਂਡਵ ਨੇ। ਤੋ ਪੰਜਾਂ ਨੇ ਰੂਪ ਵਟਾਇਆ ਹੋਇਆ, ਭੇਸ ਵਟਾਇਆ ਹੋਇਆ। ਜਿਹੜਾ ਧਰਮਜ ਆ ਉਹਨੇ ਆਪਣਾ ਨਾਮ ਕੰਕ ਰਖਾ ਲਿਆ ਯੁਧਿਸ਼ਟਰ ਨੇ, ਤੇ ਉਹ ਚੌਪੜ ਦਾ ਖਿਡਾਰੀ ਬਣ ਕੇ ਇੱਥੇ ਰਹਿੰਦਾ। ਭੀਮ ਰਸੋਈਆ ਬਣ ਕੇ ਰਹਿੰਦਾ, ਇਹਨੇ ਆਪਣਾ ਨਾਮ ਬੱਲਭ ਧਰਾਇਆ ਹੈ। ਭਾ ਬਿਹੰਡੜਾ ਅਰਜਨ ਤਬ ਹੀ। ਤੇ ਜਿਹੜਾ ਅਰਜਨ ਸੀ, ਇਹਨੇ ਆਪਣਾ ਨਾਮ ਰਖਾਇਆ ਬਿਹੰਡੜਾ। ਇਹਨੇ ਇਸਤਰੀ ਦਾ ਰੂਪ, ਜਿਵੇਂ ਜਿਹੜੇ ਨਪੁੰਸਕ ਹੁੰਦੇ ਆ, ਤੇ ਉਸ ਰੂਪ ਦੇ ਵਿੱਚ ਹੀ, ਜਿਹੜੇ ਦੇ ਰੂਪ ਦੇ ਵਿੱਚ ਇਸਤਰੀਆਂ ਵਾਲੀ ਪੋਸ਼ਾਕ ਪਾ ਕੇ ਅਰਜਨ ਰਹਿਣ ਲੱਗਾ। ਉਤਰਾ ਹੁਤੀ ਬਰਾਠ ਕੁਮਾਰੀ। ਰਾਜੇ ਵਿਰਾਟ ਦੀ ਇੱਕ ਲੜਕੀ ਸੀ, ਉਹਦਾ ਨਾਮ ਸੀ ਉਤਰਾ। ਰਾਜੇ ਵਿਰਾਟ ਦੀ ਜਿਹੜੀ ਲੜਕੀ ਉਤਰਾ ਹੈ, ਲੱਗਿਓ ਸਿਖਾਵਨ ਤੇ ਨ੍ਰਿਤਕਾਰੀ। ਇਹ ਨ੍ਰਿਤਕਾਰੀ ਉਹਨੂੰ ਸਿਖਾਉਣ ਲੱਗਾ, ਕਿਉਂਕਿ ਨਾਚ ਜਾਣਦਾ ਸੀ ਅਰਜਨ। ਆਪਣੇ ਉਸ ਹੁਨਰ ਕਰਕੇ ਰਾਜੇ ਵਿਰਾਟ ਨੂੰ, ਉਹਦੀ ਲੜਕੀ ਨੂੰ ਜਿਹਦਾ ਨਾਮ ਉਤਰਾ ਹੈ, ਉਹਨੂੰ ਇਹ ਨ੍ਰਿਤਕਾਰੀ ਸਿਖਾਉਣ ਲੱਗ ਪਿਆ, ਜਿਹਨੂੰ ਆ ਨਟਰਾਜ ਕਹਿੰਦੇ ਆ, ਉਹ ਨਟਰਾਜ ਸਿਖਾਉਣ ਲੱਗ ਪਿਆ। ਬਾਜ ਪਾਲ ਕੋ ਬੇਖ ਬਣਾਈ। ਔਰ ਇਧਰ ਜਿਹੜਾ ਨਕੁਲ ਸੀ, ਚੌਥਾ ਪਾਂਡਵ, ਇਹਨੇ ਘੋੜਿਆਂ ਨੂੰ ਪਾਲਣ ਵਾਲਾ ਜਿਹੜਾ ਭੇਖ ਹੁੰਦਾ ਨੌਕਰਾਂ ਵਾਲਾ, ਉਹ ਇਹਨੇ ਧਾਰਨ ਕੀਤਾ। ਰਹਿਓ ਨਕੁਲ ਨਿਰਪਕੇ ਟਿਗ ਜਾਈ। ਇਹ ਜਾ ਕੇ ਘੋੜਿਆਂ ਦੇ ਕੋਲ ਨਕੁਲ ਘੋੜਾ ਪਾਲਣ ਵਾਲਾ ਬਣ ਕੇ ਰਹਿਣ ਲੱਗ ਪਿਆ, ਤੇ ਆਪਣਾ ਨਾਮ ਵੀ ਇਹਨੇ ਗੋਪਾਲ ਕਹਾ ਲਿਆ। ਆਪਣਾ ਨਾਮ ਇਹਨੇ ਘੋੜਿਆਂ ਦਾ ਬਾਜਪਾਲ ਕਰਕੇ ਪ੍ਰਗਟ ਕਰ ਲਿਆ। ਭਾ ਗੋਪਾਲ ਤਬ ਹੈ ਸਹਦੇਵਾ। ਔਰ ਪੰਜਵਾਂ ਪਾਂਡਵ ਸੀ ਜਿਹੜਾ ਸਭ ਤੋਂ ਛੋਟਾ ਸੀ, ਉਹਦਾ ਨਾਮ ਸੀ ਸਹਦੇਵ। ਸਹਦੇਵ ਨੇ ਗਊ ਪਾਲਣ ਵਾਲਾ, ਜਿਹੜਾ ਗਊਆਂ ਦਾ ਪਾਲਣ ਵਾਲੇ ਜਿਹੋ ਜਿਹੇ ਹੁੰਦੇ ਆ ਚਰਵਾਏ, ਇਹਨੇ ਉਦਾਂ ਦਾ ਰੂਪ ਬਣਾ ਲਿਆ। ਰਾਜੇ ਵਿਰਾਟ ਦੀਆਂ ਜਿਹੜੀਆਂ ਗਾਵਾਂ ਸੀ, ਉਹਨਾਂ ਗਊਆਂ ਨੂੰ ਪਾਲਦਾ, ਜਾ ਕੇ ਉਹਨਾਂ ਦਾ ਦੁੱਧ ਚੋਂਦਾ, ਉਹਨਾਂ ਨੂੰ ਘਾਹ ਪੱਠਾ ਪਾਉਂਦਾ, ਚਾਰਦਾ। ਇਹਨੇ ਉਹ ਭੇਖ ਬਣਾ ਕੇ ਉੱਥੇ ਰਹਿਣਾ ਸ਼ੁਰੂ ਕੀਤਾ। ਤੁਰ ਕਹਿ ਰਹੇ ਨਾ ਕੋ ਲਖ ਭੇਵਾ। ਏਦਾਂ ਇਹਨਾਂ ਪੰਜਾਂ ਪਾਂਡਵਾਂ ਨੇ ਆਪਣਾ ਭੇਖ ਵਟਾਇਆ ਤੇ ਰਾਜੇ ਵਿਰਾਟ ਦੇ ਕੋਲ ਇਉਂ ਰਹਿਣ ਲੱਗੇ, ਕਿਸੇ ਨੂੰ ਆਪਣਾ ਆਪ ਨਹੀਂ ਜਣਾਉਂਦੇ ਕਿ ਅਸੀਂ ਕੌਣ ਹਾਂ। ਦੋਹਰਾ ਦ੍ਰੁਪਦ ਸੁਤਾ ਹੋਏ ਸਿੰਦਰੀ। ਨ੍ਰਿਪਤ ਨਾਰ ਟਿਗ ਜਾਏ। ਤੇ ਜਿਹੜੀ ਦ੍ਰੋਪਦੀ ਸੀ, ਰਾਜੇ ਦ੍ਰੁਪਦ ਦੀ ਲੜਕੀ, ਇਹਨੇ ਆਪਣਾ ਨਾਮ ਸਿੰਦਰੀ ਕਹਾਇਆ। ਔਰ ਇਹ ਉਸ ਵਕਤ ਜਿਹੜੀ ਰਾਜੇ ਵਿਰਾਟ ਦੀ ਘਰ ਵਾਲੀ ਸੀ, ਉਹਦੀ ਦਾਸੀ ਬਣ ਕੇ ਰਹਿਣ ਲੱਗ ਪਈ। ਦ੍ਰੋਪਦੀ ਜਿਹੜੀ ਸੀ, ਰਾਜੇ ਵਿਰਾਟ ਦੀ ਘਰ ਵਾਲੀ ਜਿਹੜੀ ਰਾਣੀ ਸੀ, ਉਹਦੀ ਦਾਸੀ ਬਣ ਕੇ ਰਹਿਣ ਲੱਗੀ। ਸੇਵ ਕਰਨ ਪਰ ਸੋ ਰਹੀ। ਜਿਹ ਤਨ ਰੁਚਿਰ ਸੁਹਾਏ। ਉੱਥੇ ਸੇਵਾ ਕਰਨ ਵਾਸਤੇ ਰਹਿਣ ਲੱਗ ਪਈ। ਸੁੰਦਰ ਸਰੂਪ ਹੈ ਦ੍ਰੋਪਦੀ।
ਔਰ ਰਾਜੇ ਵਿਰਾਟ ਦੀ ਰਾਣੀ ਦੀ ਦਾਸੀ ਬਣ ਕੇ ਸਿਅੰਦਰੀ ਬਣ ਕੇ ਰਹਿੰਦੀ ਹੈ। ਚੌਪਈ ਦੀਪ ਸ਼ਿਖਾਸੀ ਕੋਕਲ ਬੈਨੀ। ਔਰ ਸੁੰਦਰ ਆਵਾਜ਼ ਹੈ ਦ੍ਰੋਪਦੀ ਦੀ, ਦੀਪ ਦੀ ਸ਼ਿਖਾ ਸਮਾਨ ਇਹਦੇ ਚਿਹਰੇ ਤੇ ਕ੍ਰਾਂਤੀ ਹੈ, ਗਲਾ ਇਹਦਾ ਕੋਇਲ ਦੇ ਸਮਾਨ ਮਿੱਠਾ ਹੈ। ਗਜ ਗਾਮਨ ਮ੍ਰਿਗ ਸ਼ਾਵਕ ਨੈਣੀ। ਔਰ ਹਾਥੀ ਦੀ ਚਾਲ ਵਾਂਗੂ ਚੱਲਣੇ ਵਾਲੀ ਹੈ ਤੇ ਮ੍ਰਿਗ ਦੇ ਨੇਤਰਾਂ ਜੈਸੀ ਹੈ। ਜਮਨ ਭ੍ਰਮਰੀ ਨਾਭ ਗੰਭੀਰਾ। ਔਰ ਜਮਨਾ ਦੀ ਭਰਮਰੀ ਦੇ ਸਮਾਨ ਨਾਭੀ, ਇਹਨੂੰ ਸ਼ਿੰਗਾਰ ਰਸ ਕਹਿੰਦੇ ਆ ਖਾਲਸਾ ਜੀ। ਕਵਿਤਾ ਦੇ 9 ਰਸ ਹੁੰਦੇ ਆ। ਕਵੀ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਜਿਹੜੇ ਰਸ ਵਿੱਚ ਗੱਲ ਚੱਲ ਰਹੀ ਹੈ ਉਸੇ ਰਸ ਦਾ ਨਿਰੂਪਣ ਹੋਣਾ। ਮਹਾਕਵੀ ਜੀ ਦੀ ਇਹ ਖਾਸੀਅਤ ਹੈ, ਜਦੋਂ ਉਹ ਵੀਰ ਰਸ ਦੀ ਗੱਲ ਕਰਦੇ, ਜੰਗ ਯੁੱਧ ਦੇ ਪ੍ਰਸੰਗ ਲਿਖਦੇ, ਉੱਥੇ ਵੀਰ ਰਸ ਦੀ ਗੱਲ ਹੁੰਦੀ, ਉਹੀ ਅੱਖਰ ਵਰਤਦੇ, ਉਹੀ ਸ਼ਬਦਾਵਲੀ ਵਰਤਦੇ। ਜੇ ਕਿਤੇ ਹਾਸ ਰਸ ਦੀ ਗੱਲ ਆਉਂਦੀ ਤੇ ਹਾਸ ਰਸ ਦੇ, ਜੇ ਕਿਤੇ ਸ਼ਿੰਗਾਰ ਰਸ ਦੀ ਗੱਲ ਆਉਂਦੀ ਤੇ ਫਿਰ ਸ਼ਿੰਗਾਰ ਰਸ ਜੋਬਨ ਤੇ ਆਉਂਦਾ। ਮਹਾਕਵੀ ਜੀ ਇੱਥੇ ਹੁਣ ਸ਼ਿੰਗਾਰ ਰਸ ਦਾ ਵਰਣਨ ਕਰ ਰਹੇ ਨੇ। ਸ਼ਿੰਗਾਰ, ਕਿਉਂਕਿ ਰਸਾਂ ਤੋਂ ਬਿਨਾਂ ਕਵਿਤਾ ਇਉਂ ਹੈ ਜਿਵੇਂ ਕੋਈ ਸ਼ਿੰਗਾਰ ਨਾ ਕੀਤਾ ਹੋਵੇ ਤੇ ਫੋਕੀ ਜੀ ਪ੍ਰਤੀਤ ਹੁੰਦੀ ਹੈ। ਕਵਿਤਾ ਵਿੱਚ ਜੇ 9 ਰਸ ਹੀ ਨਾ ਹੋਣ ਤੇ ਫਿਰ ਉਹ ਕਾਹਦੀ ਕਵਿਤਾ। ਤੋ ਸ਼ਿੰਗਾਰ ਰਸ ਵਰਣਨ ਹੋ ਰਿਹਾ, ਦ੍ਰੋਪਦੀ ਦੇ ਸਰੂਪ ਦਾ ਵਰਣਨ ਹੋ ਰਿਹਾ ਹੈ ਕਿ ਉਹ ਸੁੰਦਰ ਸਰੂਪ ਹੈ। ਨਖਨ ਬਿਲੋਕਤ ਲਾਜਤ ਹੀਰਾ। ਉਹਦੇ ਹੱਥਾਂ ਪੈਰਾਂ ਦੇ ਨੋਹ ਇਉਂ ਚਮਕਦੇ ਨੇ ਦ੍ਰੋਪਦੀ ਦੇ, ਜਿਵੇਂ ਕੋਈ ਹੀਰਿਆਂ ਦੀਆਂ ਕੋਰਾਂ ਹੋਣ। ਦੋਹਰਾ ਬਹੁਰ ਗਰੀਵ ਕੀ ਰੁਚਿਰਤਾ ਮਨੋ ਉਤਾਈ ਪਾਏ। ਔਰ ਦ੍ਰੋਪਦੀ ਦੀ ਜਿਹੜੀ ਗਰਦਨ ਹੈ ਉੱਚੀ ਤੇ ਲੰਮੀ ਹੈ। ਚਿਬਕ ਸਿਆਮ ਤਾਰਾ ਹੋ ਜਨ ਦੁਰਿਓ ਸਸੀ ਮੈਂ ਆਏ। ਔਰ ਠੋਡੀ ਜਿਹੜੀ ਚਿਬਕ ਹੈ, ਚੌੜੀ ਹੈ, ਉਹਦੇ ਉੱਤੇ ਉਹਨੇ ਕਾਲੇ ਰੰਗ ਦਾ ਟਿੱਕਾ ਲਾਇਆ ਹੋਇਆ। ਇਉਂ ਜਾਪਦਾ ਕਿ ਚੰਦਰਮਾ ਵਿੱਚ ਮਾਨੋ ਜਿਵੇਂ ਕਿਤੇ ਕਾਲੇ ਰੰਗ ਦੀ ਸ਼ਿਆਮਤਾ ਲੱਗੀ ਹੋਵੇ। ਚੌਪਈ ਜਿਹੇ ਆਗੈ ਦਾਸੀ ਬਹੁ ਹੋਵਤ। ਉਹ ਦ੍ਰੋਪਦੀ ਇਹੋ ਜਿਹੇ ਸੁੰਦਰ ਸਰੂਪ ਵਾਲੀ, ਜਿਹਦੇ ਅੱਗੇ ਕਈ ਨੌਕਰ ਰਾਣੀਆਂ ਹੁੰਦੀਆਂ ਸੀ। ਜਦੋਂ ਹਸਤਨਾਪੁਰ 'ਚ ਰਾਣੀ ਬਣ ਕੇ ਰਹਿੰਦੀ ਸੀ, ਸੈਂਕੜਿਆਂ ਦੀਆਂ ਗਿਣਤੀਆਂ ਵਿੱਚ ਦਾਸੀਆਂ ਇਹਦੇ ਚਰਨਾਂ ਵਿੱਚ ਹਾਜ਼ਰ ਰਹਿੰਦੀਆਂ ਸਨ। ਉਹ ਅੱਜ ਆਪ ਦਾਸੀ ਬਣ ਕੇ ਰਹਿ ਰਹੀ ਹੈ, ਕਰਮਗਤੀ ਹੈ। ਸੇਵੈ ਕਰ ਬੰਦੇ ਮੁਖ ਜੋਵਤ। ਜਿਹਦੇ ਚਰਨਾਂ ਵਿੱਚ ਦ੍ਰੋਪਦੀ ਦੇ ਸੈਂਕੜੇ ਦਾਸੀਆਂ ਹੱਥ ਜੋੜ ਕੇ ਇਹਦੀ ਸੇਵਾ ਕਰਦੀਆਂ ਸੀ, ਇਹਦੇ ਮੂੰਹ ਵੱਲ ਵੇਖਦੀਆਂ ਸਨ। ਸੋ ਬਿਰਾਠ ਨ੍ਰਿਪ ਕੀ ਰਾਜਧਾਨੀ। ਉਹ ਦ੍ਰੋਪਦੀ ਅੱਜ ਆਪ ਦਾਸੀ ਬਣ ਕੇ ਰਾਜੇ ਵਿਰਾਟ ਦੀ ਰਾਜਧਾਨੀ ਵਿੱਚ ਬਨ ਸਿਅੰਦਰੀ ਬੇਖ ਦੁਰਾਨੀ। ਰਾਜੇ ਵਿਰਾਟ ਦੀ ਰਾਣੀ ਦੀ ਦਾਸੀ ਬਣ ਕੇ ਆਪਣਾ ਭੇਖ ਛੁਪਾ ਕੇ, ਰੂਪ ਛੁਪਾ ਕੇ ਰਹਿਣ ਲੱਗੀ ਐ। ਰਹਿਤ ਦ੍ਰੋਪਦੀ ਬੈਨ ਉਚਾਰੇ। ਔਰ ਦ੍ਰੋਪਦੀ ਸੁੰਦਰ ਸਰੂਪ ਸੀ। ਇਹਨੇ ਉੱਥੇ ਇੱਕ ਗੱਲ ਦਾ ਪ੍ਰਚਾਰ ਕੀਤਾ, ਕਿਉਂਕਿ ਅਕਸਰ ਅਗਰ ਕੋਈ ਦਾਸੀਆਂ ਸੁੰਦਰ ਸਰੂਪ ਹੁੰਦੀਆਂ ਤੇ ਰਾਜ ਘਰਾਣੇ ਦੇ ਜਿਹੜੇ ਵੱਡੇ ਰਾਜੇ ਹੁੰਦੇ ਸਨ, ਉਹਨਾਂ ਦੇ ਸੰਬੰਧੀ ਹੁੰਦੇ ਸਨ, ਉਹਨਾਂ ਦਾਸੀਆਂ ਦੇ ਸੁੰਦਰ ਸਰੂਪ ਨੂੰ ਵੇਖ ਕੇ ਉਹ ਡਾਵਾਂ ਡੋਲ ਹੁੰਦੇ ਤੇ ਉਹਨਾਂ ਦਾਸੀਆਂ ਨਾਲ ਧੱਕਾ ਕਰਦੇ ਸਨ। ਐਸਾ ਰਾਜ ਘਰਾਣਿਆਂ ਦੀਆਂ ਬਿਰਤੀਆਂ ਦਾ ਸੰਕੇਤ ਸੀ। ਦ੍ਰੋਪਦੀ ਨੇ ਆਪਣੀ ਇੱਜ਼ਤ ਬਚਾਉਣ ਖਾਤਰ ਉੱਥੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਮੇਰੀ ਰੱਖਿਆ 5 ਗੰਧਰਵ ਕਰਦੇ ਨੇ। ਉਹਨੇ ਕਿਹਾ ਕਿ ਮੇਰੀ ਰੱਖਿਆ 5 ਗੰਧਰਵ ਕਰਦੇ ਹਨ। ਗੰਧਰਵ ਮੋਹੇ ਪੰਚ ਰਖਵਾਰੇ। 5 ਗੰਧਰਵ ਯਾਨੀ ਕਿ 5 ਪਾਂਡਵ ਸੀ। ਉਹ ਤਾਂ ਕਹਿੰਦੀ 5 ਗੰਧਰਵ ਮੇਰੀ ਹਰ ਵੇਲੇ ਰੱਖਿਆ ਕਰਦੇ ਨੇ, ਇਸ ਕਰਕੇ ਮੇਰੇ ਵੱਲ ਕੋਈ ਬਦ ਫੈਲੀ ਦ੍ਰਿਸ਼ਟੀ ਨਾਲ ਨਾ ਵੇਖੇ। ਜਿਹੜਾ ਵੇਖੇਗਾ ਉਹਨੂੰ ਉਹ 5 ਗੰਧਰਵ ਮਾਰ ਮੁਕਾਉਣਗੇ। ਇਦਾਂ ਦ੍ਰੋਪਦੀ ਨੇ ਇਹ ਪ੍ਰਚਾਰ ਕੀਤਾ। ਕਾਮ ਦ੍ਰਿਸ਼ਟ ਮੋਕੋ ਜੋ ਦੇਖੇ। ਜਿਹੜਾ ਵਿਭਚਾਰੀ ਦ੍ਰਿਸ਼ਟੀ ਨਾਲ ਮੈਨੂੰ ਵੇਖੇਗਾ, ਮ੍ਰਿਤਕ ਕਰਤ ਸੋ ਬਲੀ ਬਿਸ਼ੇਖੇ। ਉਹ 5 ਗੰਧਰਵ ਇੰਨੇ ਬਲੀ ਨੇ ਕਿ ਉਹਨੂੰ ਮਾਰ ਕੇ ਮ੍ਰਿਤਕ ਕਰ ਦੇਣਗੇ। ਸਭਿਨ ਸੁਨਾਏ ਦੀਨ ਅਸਬਾਨੀ। ਇਹ ਸਾਰੇ ਰਾਜ ਮਹਿਲ ਵਿੱਚ ਦ੍ਰੋਪਦੀ ਨੇ ਗੱਲ ਧੁਮਾ ਦਿੱਤੀ, ਫੈਲਾ ਦਿੱਤੀ। ਸੇਵ ਕਰਨ ਰਾਣੀ ਕੀ ਠਾਨੀ। ਔਰ ਰਾਣੀ ਦੀ ਸੇਵਾ ਦੇ ਵਿੱਚ ਹਰ ਵੇਲੇ ਹਾਜ਼ਰ ਰਹਿੰਦੀ ਆ, ਉਹਦੇ ਕੋਲ ਤਤਪਰ ਰਹਿੰਦੀ ਹੈ। ਕਿਤਿਕ ਦਿਵਸ ਜਬ ਰਹਿਤ ਬਿਤਾਏ। ਇਸੇ ਤਰ੍ਹਾਂ ਕੁਝ ਸਮਾਂ, ਕੁਝ ਮਹੀਨੇ ਇਦਾਂ ਰਹਿੰਦੇ ਆ ਜਦੋਂ ਬੀਤ ਗਏ। ਛਪੇ ਰਹੇ ਕਿਨ ਜਾਣ ਨਾ ਪਾਏ। ਛਪੇ ਰਹੇ, ਕਿਸੇ ਨੂੰ ਨਹੀਂ ਪਤਾ ਲੱਗਾ ਸਾਲ ਕੱਟਣਾ ਸੀ ਇਹਨਾਂ ਨੇ। ਕੁਝ ਕੁ ਸਮਾਂ ਜਦੋਂ ਇਸ ਤਰ੍ਹਾਂ ਹੀ ਬੀਤ ਗਿਆ, ਤੋ ਭਰਾਤ ਇੱਕ ਰਾਨੀ ਕੇਰਾ। ਰਾਣੀ ਦਾ, ਰਾਜੇ ਵਿਰਾਟ ਦਾ ਸਾਲਾ,
ਤੇ ਰਾਣੀ ਦਾ ਇੱਕ ਭਰਾ ਸੀ, ਉਹਦਾ ਨਾਮ ਸੀ ਕਰੀਚਕ। ਕ੍ਰੀਚਕ ਆਖਿਓ ਬਲੀ ਬਡੇਰਾ। ਕਰੀਚਕ ਉਹਦਾ ਨਾਮ ਸੀ ਤੇ ਬੜਾ ਬਲੀ ਸੀ। ਰਾਣੀ ਦਾ ਭਰਾ ਸੀ, ਉਹ ਬੜਾ ਬਲਵਾਨ ਸੀ ਸਰੀਰ ਕਰਕੇ। ਸਹਿਜ ਸੁਭਾਏ ਸੁਸਾਟ ਗਿਆ ਵਾ। ਉਹ ਕਿਤੇ ਇੱਕ ਦਿਨ ਮਹਿਲਾਂ ਵਿੱਚ ਆਪਣੀ ਭੈਣ ਦੇ ਕੋਲ ਉਹਨੂੰ ਮਿਲਣ ਵਾਸਤੇ ਆਇਆ। ਰਾਜੇ ਵਿਰਾਟ ਦੀ ਜਿਹੜੀ ਘਰਵਾਲੀ ਉਹ ਕਰੀਚਕ ਦੀ ਭੈਣ ਸੀ। ਕਰੀਚਕ ਸੁਤੇ ਸਿੱਧ ਸੁਭਾਵਕ ਆਪਣੀ ਭੈਣ ਨੂੰ ਮਿਲਣ ਪਹੁੰਚਿਆ। ਦ੍ਰੁਪਦ ਸੁਤਾ ਕੋ ਪਿਖ ਬਿਰਮਾਵਾ। ਉੱਥੇ ਹੁਣ ਦ੍ਰੋਪਦੀ ਸੀ, ਦਾਸੀ ਸੀ ਰਾਣੀ ਦੀ। ਉਹਦਾ ਸਵਰੂਪ ਜਦੋਂ ਇਹਨੇ ਵੇਖਿਆ ਕਰੀਚਕ ਨੇ, ਤੇ ਇਹ ਵਿਭਚਾਰੀ ਹੋਇਆ। 10 ਸਹੰਸਰ ਗਜ ਬਲ ਜਿਸ ਮਾਹੀ। ਕਹਿੰਦੇ ਇੰਨਾ ਬਲੀ ਸੀ ਕਿ 10,000 ਹਾਥੀਆਂ ਦਾ ਬਲ ਸੀ ਇਹਦੇ ਵਿੱਚ। ਮਹਾਭਾਰਤ ਦੇ ਅਨੁਸਾਰ ਦੱਸਿਆ ਜਾਂਦਾ ਹੈ ਕਿ ਕਰੀਚਕ ਦੇ ਸਰੀਰ ਵਿੱਚ 10,000 ਹਾਥੀਆਂ ਦਾ ਬਲ ਸੀ। ਪ੍ਰਭਤਾ ਮਦ ਤੇ ਸੁਧ ਬੁੱਧ ਨਾਹੀ। ਫਿਰ ਪ੍ਰਭਤਾ ਬੜੀ ਸੀ, ਰਾਜ ਭਾਗ ਬੜਾ ਵੱਡਾ ਸੀ ਇਹਦੇ ਕੋਲ। ਉਹਦੇ ਹੰਕਾਰ ਵਿੱਚ ਤੇ ਸਰੀਰ ਦੇ ਬਲ ਦੇ ਵਿੱਚ ਮਸਤ ਸੀ। ਲਖੇ ਬਿਲੋਚਨ ਜਬ ਰਤਨਾਰੇ। ਜਦੋਂ ਇਹਨੇ ਦ੍ਰੋਪਦੀ ਨੂੰ ਵੇਖਿਆ, ਮਨਹੁ ਸੁਭਟਕਿਨ ਬਾਨ ਪ੍ਰਹਾਰੇ। ਉਸੇ ਵੇਲੇ ਇਹ ਆਪਣੇ ਕਰੈਕਟਰ ਤੋਂ اخلاق ਤੋਂ ਡਿੱਗ ਪਿਆ। ਮਦਨ ਉਦਤ ਹੈ ਮਗਨ ਅਧੀਰੂ। ਕਾਮ ਦੇ ਅਧੀਨ ਹੋ ਕੇ ਅਧੀਰਜ ਹੋ ਗਿਆ, ਧੀਰਜ ਛੱਡ ਦਿੱਤਾ। ਪਹੁੰਚੇ ਕਿਉਂ ਵਿਵੇਕ ਜੋ ਤੀਰੂ। ਹੁਣ ਜਦੋਂ ਕਾਮ ਦੀ ਪ੍ਰਬਲ ਵਾਸ਼ਨਾ ਹੋਵੇ ਫਿਰ ਉਦੋਂ ਵਿਵੇਕ ਨਹੀਂ ਆਉਂਦਾ ਨੇੜੇ, ਕਿਉਂਕਿ ਕਾਮ ਨੂੰ ਵਿਜয়ੀ ਕਰਨ ਲਈ ਵਿਵੇਕ ਚਾਹੀਦਾ, ਵਿਚਾਰ ਚਾਹੀਦੀ ਹੈ। ਜਦੋਂ ਕਾਮ ਦੇ ਵਸੀਕਾਰ ਹੋਇਆ, ਹੁਣ ਵਿਵੇਕ ਕਿੱਥੇ ਨੇੜੇ ਆਉਂਦਾ। ਘਾਇਲ ਜੋ ਤਿਨ ਛਿਨ ਤਰਫਾਵਾ। ਕਹਿੰਦੇ ਮਾਨੋ ਕਾਮ ਨੇ ਤੀਰ ਮਾਰੇ ਨੇ ਇਹਨੂੰ, ਕਰੀਚਕ ਨੂੰ, ਤੇ ਘਾਇਲ ਹੋ ਕੇ ਜਿਵੇਂ ਮੱਛੀ ਨਹੀਂ ਤੜਫਦੀ ਪਾਣੀ ਬਿਨਾ, ਏਦਾਂ ਤੜਫਣ ਲੱਗਾ ਕਾਮ ਨਾਲ। ਕਾਮਾ ਤੁਰ ਹੋਇ ਬਚਨ ਅਲਾਵਾ। ਕਾਮਾ ਤੁਰ ਹੋ ਕੇ ਹੀ ਬੋਲਿਆ। ਤੂੰ ਲਾਗਤ ਪਿਆਰੀ ਹੈ ਦਾਸੀ। ਦ੍ਰੋਪਦੀ ਨੂੰ ਕਹਿਣ ਲੱਗਾ, ਹੇ ਦਾਸੀ ਤੂੰ ਮੈਨੂੰ ਪਿਆਰੀ ਜਾਪਦੀ ਐ, ਮਿਲਹੋ ਆਨ ਮੁਰ ਅੰਗ ਸੰਗਾਰੀ। ਔਰ ਤੈਨੂੰ ਮੈਂ ਆਪਣੇ ਨਾਲ ਲੈ ਕੇ ਜਾਣਾ। ਮਦਨ ਬਿਲੋ ਕੇ ਮਦਨ ਬਿਸਾਲਾ। ਕਹਿਣ ਲੱਗਾ ਤੈਨੂੰ ਸਵਰੂਪ ਤੇਰਾ ਵੇਖ ਕੇ ਮੈਂ ਡੋਲਿਆ ਹਾਂ, ਜਾਗੇ ਔਰ ਦੇ ਕੇਲ ਕਰ ਬਾਲਾ। ਔਰ ਮੈਂ ਵਿਕਾਰੀ ਹੋ ਰਿਹਾ। ਦੋਹਰਾ ਦ੍ਰੁਪਦ ਸੁਤਾ ਸੁਨ ਕਹਿਤ ਵੀ ਗੰਧਰਵ ਮਵ ਰਖਵਾਰ। ਹੁਣ ਦ੍ਰੋਪਦੀ ਨੇ ਜਿਹੜਾ ਉੱਥੇ ਪਹਿਲਾਂ ਪ੍ਰਚਾਰ ਕੀਤਾ ਹੋਇਆ ਸੀ, ਉਹ ਕਹਿਣ ਲੱਗੀ ਕਰੀਚਕ ਸੁਣ, ਮੇਰੇ ਰਖਵਾਲੇ 5 ਗੰਧਰਵ ਨੇ, ਤੂੰ ਮੇਰੇ ਪ੍ਰਤੀ ਇਦਾਂ ਦੀ ਮੰਦ ਦ੍ਰਿਸ਼ਟੀ ਨਾ ਰੱਖ। 5 ਗੰਧਰਵ ਮੇਰੇ ਰਖਵਾਲੇ ਹਨ। ਕਾਮ ਦ੍ਰਿਸ਼ਟ ਜੇ ਦੇਖਹੀ ਕਰਹਿ ਸੇ ਤੋਰ ਸੰਘਾਰ। ਜੇ ਤੂੰ ਇਸ ਦ੍ਰਿਸ਼ਟੀ ਨਾਲ ਮਾੜੀ ਨਾਲ ਮੈਨੂੰ ਵੇਖੇਗਾ ਤੇ ਉਹ ਗੰਧਰਵ ਤੈਨੂੰ ਮਾਰ ਦੇਣਗੇ, ਤੇਰਾ ਸੰਘਾਰ ਕਰ ਦੇਣਗੇ। ਚੌਪਈ ਮਦ ਨੁਮਦ ਹੋਏ ਕਛੂ ਨਾ ਮਾਨਾ। ਪਰ ਕਰੀਚਕ ਨੂੰ ਕਿੱਥੇ ਹੁਣੇ ਸਾਰਾ ਕੁਝ ਸੁਝਦਾ ਸੀ, ਉਹਨੇ ਕੁਝ ਨਹੀਂ ਮੰਨਿਆ। ਤੋਰਿਓ ਗਹਿਨ ਪਾਨ ਮਹਿ ਪਾਨਾ। ਔਰ ਦ੍ਰੋਪਦੀ ਦਾ ਹੱਥ ਬਾਹ ਫੜਨ ਵਾਸਤੇ ਅੱਗੇ ਨੂੰ ਦੌੜਿਆ। ਕਰੇ ਤਰਾਸ ਧਾਈ ਸ਼ਸ਼ ਜੈਸੇ। ਤੇ ਦ੍ਰੋਪਦੀ ਡਰ ਕੇ ਅੱਗੇ ਲੱਗ ਕੇ ਦੌੜਨ ਲੱਗੀ। ਰਾਹੋ ਭੀਤ ਬਾਸਵ ਢਿਗ ਤੈਸੇ। ਕਹਿੰਦੇ ਜਿਵੇਂ ਰਾਹੂ ਦਾ ਭੈ ਮੰਨ ਕੇ ਚੰਦਰਮਾ ਦੌੜਦਾ। ਜਹ ਬਰਾਠ ਹੈ ਸਭਾ ਲਗਾਈ। ਰਾਜੇ ਵਿਰਾਟ ਦੀ ਜਿੱਥੇ ਸਭਾ ਲੱਗੀ ਹੋਈ ਸੀ, ਉੱਚ ਪੁਕਾਰਤ ਦੌੜਤ ਆਈ। ਦ੍ਰੋਪਦੀ ਉੱਥੇ ਉੱਚੀ ਪੁਕਾਰ ਕਰਦੀ ਕਰਦੀ ਪਹੁੰਚੀ। ਧਰਮਜ ਭੀਮ ਨੁਕਲ ਸਹਦੇਵਾ। ਹੁਣ ਰਾਜੇ ਵਿਰਾਟ ਦੀ ਸਭਾ ਵਿੱਚ ਯੁਧਿਸ਼ਟਰ ਵੀ ਬੈਠਾ, ਭੀਮ ਵੀ ਬੈਠਾ, ਨਕੁਲ ਤੇ ਸਹਦੇਵ ਵੀ ਬੈਠੇ ਨੇ। ਬੈਠੇ ਕਰਹਿ ਨਿਰਪਤ ਕੀ ਸੇਵਾ। ਉਹ ਬੈਠੇ ਉੱਥੇ ਰਾਜੇ ਦੀ ਸੇਵਾ ਕਰ ਰਹੇ ਸਨ। ਦ੍ਰੁਪਦ ਸੁਤਾ ਜਿਹੜਾ ਉਹ ਧੱਕਾ ਕਰ ਰਿਹਾ ਹੈ, ਕਈ ਭੂਪ ਟਿਗ ਦੁਖਿਤ ਪੁਕਾਰਤ। ਔਰ ਦੁਖਤ ਹੋ ਕੇ ਰਾਜੇ ਵਿਰਾਟ ਨੂੰ ਪੁਕਾਰਨ ਵਾਸਤੇ ਗਈ। ਸਰਬ ਲੋਕ ਅਵਲੋਕਤ ਲੋਚਨ। ਰਾਜੇ ਵਿਰਾਟ ਦੀ ਸਭਾ 'ਚ ਹੋਰ ਵੀ ਬਹੁਤ ਵਜ਼ੀਰ ਵਗੈਰਾ ਬੈਠੇ ਸਨ। ਕਰ ਨਾ ਸਕਿਓ ਤੇ ਕੋ ਮੋਚਨ। ਪਰ ਕਰੀਚਕ ਦਾ ਇੰਨਾ ਭੈ ਸੀ ਸਾਰਿਆਂ ਦੇ ਦਿਲਾਂ 'ਚ ਵੀ 10,000 ਹਾਥੀ ਦਾ ਬਲ ਹੈ ਇਹਦੇ 'ਚ, ਇਹਨੂੰ ਕੌਣ ਰੋਕੇਗਾ? ਜਿਹੜਾ ਰੋਕੇਗਾ ਇਹਨੇ ਉਹਨੂੰ ਹੀ ਮਾਰਨਾ। ਤੇ ਕਿਸੇ 'ਚ ਹੌਸਲਾ ਨਹੀਂ ਪਿਆ ਕਰੀਚਕ ਨੂੰ ਰੋਕਣ ਦਾ। ਦੋਹਰਾ ਕ੍ਰੀਚਕ ਤਾਇਓ ਸੰਗ ਤੇ ਪਕਰੀ ਸਭਾ ਮਝਾਰ। ਰਾਜੇ ਵਿਰਾਟ ਦੀ ਸਭਾ 'ਚ ਪਹੁੰਚ ਗਿਆ ਕਰੀਚਕ। ਉੱਥੇ ਸਭਾ ਵਿੱਚ ਆ ਕੇ ਕਹਿੰਦਾ, ਇਹ ਕਿਹੜੇ ਕਾਇਰ ਜੇ ਲੋਕਾਂ ਦੀ ਸ਼ਰਨ ਆਈ ਐ ਤੂੰ, ਆ ਲੈਣਗੇ ਤੈਨੂੰ ਮੇਰੇ ਤੋਂ।
ਉੱਥੇ ਆ ਕੇ ਕਰੀਚਕ ਨੇ ਦ੍ਰੋਪਦੀ ਦੀ ਬਾਹ ਫੜ ਲਈ। ਮਹਾਬਲੀ ਤੇ ਜਾਣ ਕੈ ਨਿਰਪਤ ਨਾ ਕੀ ਹਟਕਾ। ਹੁਣ ਰਾਜਾ ਵਿਰਾਟ ਭਾਵੇਂ ਇਹਦਾ ਸਾਲਾ ਸੀ ਕਰੀਚਕ, ਪਰ ਰਾਜਾ ਵਿਰਾਟ ਨੇ ਵੇਖਿਆ ਵੀ ਇਹ ਮਹਾਬਲੀ ਹੈ, ਇਹਦੇ ਨਾਲ ਜੇ ਮੈਂ ਇਹਨੂੰ ਰੋਕਿਆ ਤਾਂ ਇਹਨੇ ਮੈਨੂੰ ਕਿੱਥੇ ਛੱਡਣਾ। ਇੱਕ ਦਾਸੀ ਪਿੱਛੇ ਕਿਉਂ ਇਹਦੇ ਨਾਲ ਦੁਸ਼ਮਣੀ ਪਾਉਣੀ ਹੈ? ਇੱਕ ਦਾਸੀ ਪਿੱਛੇ ਰਾਜੇ ਏਦਾਂ ਆਪਣੇ ਕਿਰਦਾਰ ਤੋਂ ਇਖਲਾਕ ਤੋਂ ਡਿੱਗੇ ਮਜਬੂਰ ਹੋਏ ਰਾਜੇ ਸੀ, ਚਾਹੁੰਦੇ ਹੋਏ ਵੀ ਮਦਦ ਨਹੀਂ ਸਨ ਕਰ ਸਕਦੇ। ਅਕਸਰ ਐਸਾ ਵਰਤਾਰਾ ਵਰਤਦਾ ਹੈ ਸਮਾਜ ਵਿੱਚ। ਰਾਜੇ ਇਤਨੇ ਅਸਹਾਏ ਹੋ ਜਾਂਦੇ ਐ ਕਿ ਉਹ ਚਾਹੁੰਦੇ ਹੋਏ ਵੀ ਅਸੀਂ ਕੁਝ ਚੰਗਾ ਕਰੀਏ ਉਹ ਨਹੀਂ ਕਰ ਪਾਉਂਦੇ। ਅੱਗੇ ਹੋਰ ਬਲੀਆਂ ਦੇ ਹੱਥ ਕਮਾਂਡ ਹੁੰਦੀ, ਵੇਖਣ ਨੂੰ ਰਾਜਾ ਹੋਰ ਹੈ, ਪਿੱਛੇ ਉਹਨਾਂ ਨੂੰ ਚਲਾਉਣ ਵਾਲਾ ਰਬੜ ਦੀ ਸਟੈਂਪ ਵਾਂਗੂ ਕੋਈ ਹੋਰ ਹੁੰਦਾ। ਇਹ ਵਰਤਾਰਾ ਸਮਾਜ ਵਿੱਚ ਵਰਤਦਾ। ਰਾਜਾ ਵਿਰਾਟ ਕੁਝ ਇਸੇ ਤਰ੍ਹਾਂ ਹੀ ਬੈਠਾ ਮਜਬੂਰ ਜਿਹਾ ਹੋਇਆ, ਉਹ ਕੋਈ ਮਦਦ ਨਹੀਂ ਕਰ ਸਕਿਆ ਦ੍ਰੋਪਦੀ ਦੀ। ਚੌਪਈ ਕੁੰਜਰ ਲਤਾ ਕਰਖ ਜਿਉ ਲੀਨੀ। ਜਿਵੇਂ ਕਿਸੇ ਹਾਥੀ ਨੇ ਕੋਈ ਵੇਲ ਪਕੜ ਲਈ ਹੋਵੇ, ਕਹਿ ਕੈ ਲਾਤ ਪ੍ਰਹਾਰਨ ਕੀਨੀ। ਔਰ ਪਕੜ ਕੇ ਲੱਤ ਦਾ ਪ੍ਰਹਾਰ ਕੀਤਾ ਹੋਵੇ। ਭੀਮ ਬਿਲੋਕਤ ਰਿਸ ਉਰ ਭਰਾ। ਹੁਣ ਭੀਮ ਬੈਠਾ ਸਾਹਮਣੇ, ਗੁੱਸੇ ਨਾਲ ਲਾਲ ਪੀਲਾ ਪਿਆ ਹੁੰਦਾ ਪਰ ਕੁਝ ਕਰ ਨਹੀਂ ਸਕਦਾ। ਅਰੁਣ ਬਿਲੋਚਨ ਆਨਨ ਕਰਾ। ਅੱਖਾਂ ਲਾਲ ਸੁਰਖ ਹੋ ਗਈਆਂ, ਚਿਹਰਾ ਉਹਦਾ ਲਾਲ ਹੋ ਗਿਆ ਕ੍ਰੋਧ ਨਾਲ ਭੀਮ ਦਾ। ਧਰਮ ਜਬਰ ਜਿਉ ਨੈਣਨ ਸੈਨਾ। ਉਹਨੇ ਵੇਖਿਆ ਵੀ ਯੁਧਿਸ਼ਟਰ ਨੇ ਵੀ ਹੁਣ ਭੀਮ ਉੱਠੇਗਾ। ਯੁਧਿਸ਼ਟਰ ਨੇ ਅੱਖ ਨਾਲ ਇਸ਼ਾਰਾ ਕੀਤਾ ਭੀਮ ਨੂੰ ਵੀ ਬੈਠਾ ਰਹਿ, ਜੇ ਹੁਣ ਇੱਥੇ ਪਤਾ ਲੱਗ ਗਿਆ ਮੁੜ ਕੇ 12 ਸਾਲਾਂ ਵਾਸਤੇ ਫਿਰ ਜੰਗਲ 'ਚ ਭਟਕਦੇ ਫਿਰਾਂਗੇ। ਅੱਖ ਨਾਲ ਇਸ਼ਾਰਾ ਕਰਕੇ ਭੀਮ ਨੂੰ ਬਿਠਾ ਕੇ ਵਰਜ ਦਿੱਤਾ। ਪ੍ਰਗਟ ਹੋਣ ਡਰ ਬੋਲ ਨਾ ਬੈਨਾ। ਕਿ ਕਿਤੇ ਪ੍ਰਗਟ ਨਾ ਹੋ ਜੀ, ਇਸ ਕਰਕੇ ਬੋਲ ਨਹੀਂ ਸਕੇ। ਮਹਾਬਲੀ ਬੈਠੇ ਪਤ ਪਾਸੂ। ਮਹਾਬਲੀ 5 ਪਾਂਡਵ ਜਿਹੜੇ ਪੰਜੇ ਹੀ ਇੱਕ ਤੋਂ ਇੱਕ ਬਲੀ, ਉਹ ਕੋਲ ਬੈਠੇ ਨੇ ਦ੍ਰੋਪਦੀ ਦੇ। ਤਹਤੇ ਗਹਿਲੇ ਚਲਾ ਆਵਾਸੂ। ਪਰ ਉਹਨਾਂ ਦਾ ਕੋਈ ਵਸ ਨਹੀਂ ਚੱਲਿਆ ਤੇ ਦ੍ਰੋਪਦੀ ਨੂੰ ਸਭਾ ਵਿੱਚੋਂ ਧੂ ਕੇ ਖਿੱਚ ਕੇ ਕਰੀਚਕ ਆਪਣੇ ਘਰ ਨੂੰ ਲੈ ਟੁਰਿਆ। ਰੋਏ ਪਾਂਡਵ ਮਿਲਤੇ ਥਾਈ। ਪੰਜੇ ਪਾਂਡਵ ਮਿਲ ਕੇ ਇਕਾਂਤ ਵਿੱਚ ਜਾ ਕੇ ਜਿਉਂ ਰੋਣ ਲੱਗੇ ਵੀ ਸਾਡੀ ਕੈਸੀ ਦਸ਼ਾ ਹੋ ਰਹੀ ਹੈ। ਇੱਥੇ ਫਿਰ ਮਹਾਰਾਜ ਜੀ ਨੇ ਉਹਨਾਂ ਰੋਂਦਿਆਂ ਨੂੰ ਵੇਖ ਕੇ ਲਿਖਿਆ, ਰੋਵੈ ਪਾਂਡਵ ਭਏ ਮਜ਼ਦੂਰ ਬਣ ਗਏ ਇੱਥੇ ਤੇ ਰੋਣਾ ਪਿਆ ਉਹਨਾਂ ਪਾਂਡਵਾਂ ਨੂੰ ਆਪਣੇ ਕਰਮ ਕਰਕੇ। ਨਾ ਜੂਆ ਖੇਡਦੇ, ਮਾੜਾ ਭੈੜਾ ਕਰਮ ਨਾ ਕਰਦੇ ਤੇ ਨਾ ਐਸੀ ਦਸ਼ਾ ਨੂੰ ਪ੍ਰਾਪਤ ਹੁੰਦੇ। ਪੰਜੇ ਪਾਂਡਵ ਹੁਣ ਰੋਂਦੇ ਨੇ, ਕੁਰਲਾਉਂਦੇ ਨੇ ਵੀ ਇਹ ਕੈਸਾ ਸਾਡੇ ਤੇ ਸਮਾਂ ਬਣ ਗਿਆ ਹੈ। ਹੋਣਹਾਰ ਨੇ ਟਲੇ ਟਲਾਈ। ਪਰ ਹੋਣੀ ਹੈ, ਹੋਣੀ ਬੜੀ ਬਲੀ ਹੁੰਦੀ ਹੈ, ਟਲਦੀ ਨਹੀਂ ਟਾਲਿਆ। ਅਧਿਕ ਦੁਖੀ ਹੋਏ ਮਨ ਮਾਹੀ। ਹੁਣ ਉਹ ਪੰਜੇ ਪਾਂਡਵ ਦੁਖੀ ਹੋ ਰਹੇ ਨੇ, ਕਰੀਚਕ ਦੇ ਪਿੱਛੇ ਨਹੀਂ ਜਾ ਸਕਦੇ, ਘਰ ਜਾ ਕੇ ਉਹਦੇ ਆਪਣੀ ਦ੍ਰੋਪਦੀ ਨੂੰ ਛੁਡਾ ਕੇ ਨਹੀਂ ਲਿਆ ਸਕਦੇ। ਬਿਨਾ ਗਿਆਨ ਕਿਹ ਕਬ ਸੁਖ ਨਾਹੀ। ਕਿਉਂਕਿ ਹੁਣ ਗਿਆਨ ਵੀ ਨਹੀਂ, ਗਿਆਨ ਤੋਂ ਬਿਨਾਂ ਸੁਖ ਹੋ ਹੀ ਨਹੀਂ ਸਕਦਾ। ਜੇ ਇੱਥੇ ਤਤਵ ਗਿਆਨ ਨੂੰ ਪ੍ਰਾਪਤ ਹੁੰਦੇ ਤੇ ਵੇਖਦੇ ਨਸ਼ਵਰ ਸੰਸਾਰ ਹੈ, ਤਾਂ ਇਸ ਨਸ਼ਵਰ ਸੰਸਾਰ ਦੇ ਵਿੱਚ ਸਭ ਕੁਝ ਨਾਸ਼ਵਾਨ ਹੀ ਹੈ, ਉਹ ਗਿਆਨ ਨਹੀਂ ਸੀ। ਗਿਆਨ ਤੋਂ ਬਿਨਾ ਕਹਿੰਦੇ ਸੁਖ ਨਹੀਂ ਹੈ। ਦੋਹਰਾ ਇਹ ਪ੍ਰਸੰਗ ਪੂਰਨ ਕਹੋ ਸੁਨੋ ਸੰਤ ਇਤਿਹਾਸ। ਮਹਾਕਵੀ ਜੀ ਕਹਿੰਦੇ ਮੈਂ ਇਹ ਸਾਰਾ ਪ੍ਰਸੰਗ ਵਿਸਥਾਰ ਸਹਿਤ ਦੱਸਦਾ। हे ਸੰਤ ਜਨੋ ਸੁਣੋ ਇਹ ਇਤਿਹਾਸ। ਦ੍ਰੁਪਦ ਸੁਤਾ ਦੁਖ ਆਤੁਰੀ ਕਹਿਤ ਨਿਰਪਦ ਕੇ ਪਾਸ। ਹੁਣ ਉਹ ਦ੍ਰੁਪਦ ਸੁਤਾ ਜਿਹੜੀ ਦ੍ਰੋਪਦੀ ਸੀ ਬੜੀ ਆਤੁਰ, ਬੜੀ ਦੁਖੀ ਤੇ ਵਿਆਕੁਲ ਤੇ ਰਾਜੇ ਨੂੰ ਕਹਿੰਦੀ ਹੈ, ਚੌਪਈ ਤ੍ਰਿਗ ਭੂਪਤ ਤੂੰ ਵੱਡੋ ਕੋ ਧਰਮੀ। ਰਾਜੇ ਵਿਰਾਟ ਨੂੰ ਕਹਿੰਦੀ ਹੈ, ਰਾਜਾ ਵਿਰਾਟ ਤੇਰੇ ਤੇ ਲਾਨਤ ਹੈ, ਤਰਕਾਰ ਹੈ ਤੇਰੇ ਤੇ ਕਿ ਤੇਰੇ ਨਿਗਾਹ ਦੇ ਸਾਹਮਣੇ ਤੇਰੀ ਪ੍ਰਜਾ ਦੇ ਵਿੱਚ, ਤੇਰੇ ਘਰ ਵਿੱਚ ਇੱਕ ਕੰਮ ਕਰਨ ਵਾਲੀ ਦਾਸੀ ਨਾਲ ਇਸ ਤਰ੍ਹਾਂ ਹੋ ਰਿਹਾ ਹੈ ਤੇ ਤੂੰ ਮੌਨ ਹੋ ਕੇ ਬੈਠਾ, ਚੁੱਪ ਹੋ ਕੇ ਬੈਠਾ, ਤੇਰੇ ਤੇ ਤਰਕਾਰ ਹੈ। ਲਖੀ ਸਭਾ ਸਭ ਤੋਰ ਕੁਕਰਮੀ। ਵੇਖ ਲਈ ਆ ਮੈਂ ਤੇਰੀ ਸਾਰੀ ਸਭਾ ਕੁਕਰਮੀਆਂ ਨਾਲ ਭਰੀ ਹੋਈ ਹੈ। ਬਾਮੀ ਅਗੀ ਦੁਸ਼ਟ ਮਤਵਾਰੋ। ਜਿੱਥੇ ਬਾਮੀ
ਟੇਢੇ ਰਾਹ ਤੇ ਚੱਲਣ ਵਾਲੇ ਪਾਪੀ ਮਤਵਾਲੇ ਨੇ। ਤ੍ਰਿਗ ਤੁਮ ਹੈ ਨੈ ਕਰਤ ਨਿਵਾਰੋ। ਸਰਕਾਰ ਹੈ ਤੁਹਾਡੇ ਤੇ ਕਿ ਤੁਸੀਂ ਇਹਨੂੰ ਰੋਕ ਨਹੀਂ ਸਕਦੇ ਕਰੀਚਕ ਨੂੰ। ਸਭਾ ਵਿਖੇ ਬੈਸੇ ਤ੍ਰਿਗ ਤਿਨ ਕੋ। ਫਿਰ ਕਹਿੰਦੇ ਰਾਜੇ ਨੂੰ ਤ੍ਰਿਗ ਜਿਹੜੀ ਇਹ ਸਭਾ ਵਿੱਚ ਬੈਠੇ ਨੇ ਸਾਰੇ ਇਹਨਾਂ ਤੇ ਵੀ ਤ੍ਰਿਗ ਹੈ। ਦੇਖੋ ਛੀਨ ਪਇਓ ਬਲ ਜਿਨ ਕੋ। ਜਿਨ੍ਹਾਂ ਦਾ ਬਲ ਛੀਣ ਹੋਇਆ ਪਿਆ ਤੇ ਕੁਝ ਨਹੀਂ ਪਏ ਬੋਲਦੇ। ਬਹੁ ਕੁਬੋਲ ਬੋਲਤ ਪੀ ਬਿਹਬਲ। ਏਦਾਂ ਬਿਬਲ ਹੋ ਕੇ ਦ੍ਰੋਪਦੀ ਜਿੰਨਾ ਬੋਲ ਸਕਦੀ ਸੀ ਕਬੋਲ ਉਹ ਬੋਲੀ। ਕਹਿੰਦੀ ਲਾਹਨਤ ਹੈ ਉਹਨਾਂ ਪੰਜਾਂ ਪਾਂਡਵਾਂ ਵੱਲ ਵੀ ਵੇਖ ਕੇ। ਕਹਿੰਦੀ ਇਹਨਾਂ ਤੇ ਵੀ ਤਰਕਾਰ ਹੈ ਜਿਹੜੇ ਇੱਥੇ ਬੈਠੇ ਐ। ਇਹ ਤੇਰੀ ਸਭਾ ਚ ਬੈਠੇ ਤੇਰੇ ਵਜ਼ੀਰਾਂ ਤੇ ਵੀ ਤਰਕਾਰ ਹੈ। ਚਲਿਓ ਐ ਚੱਲੇ ਬਲ ਕਰ ਨਿਜ ਥਲ। ਕਰੀਚਕ ਉਹਨਾਂ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਧੂ ਕੇ ਦ੍ਰੋਪਦੀ ਨੂੰ ਲਿਜਾ ਰਿਹਾ ਹੈ। ਸਰਬ ਦਿਸ਼ਨ ਤੇ ਆਸ ਚੁਕਾਈ। ਹੁਣ ਇਹਨੇ ਸਾਰੇ ਪਾਸਿਓਂ ਆਸ ਚੁਕਾ ਦਿੱਤੀ ਵੀ ਹੁਣ ਕਿਸੇ ਨੇ ਮੇਰੀ ਬੌੜੀ ਨਹੀਂ ਕਰਨੀ। ਛੁਟਨ ਹੇਤ ਨਿਜ ਕੀ ਨਹੀਂ ਉਪਾਈ। ਇਹਨੇ ਆਪਣੇ ਛੁੱਟਣ ਦਾ ਆਪ ਹੀ ਉਪਾਅ ਕੀਤਾ। ਸੋਚਿਆ ਵੀ ਹੁਣ ਕਿਹੜਾ ਉਪਾਅ ਸਿਰਜਾਂ। ਅਰਧ ਪੰਥ ਪਹੁੰਚੀ ਜਬ ਆਈ। ਕਰੀਚਕ ਜਦੋਂ ਲੈ ਕੇ ਘਰ ਜਾ ਰਿਹਾ ਸੀ ਨਾ ਤੇ ਅੱਧੇ ਕ ਰਸਤੇ ਤੱਕ ਜਦੋਂ ਪਹੁੰਚੀ ਕਰੀਚਕ ਸੋ ਤਬ ਗਿਰਾ ਅਲਾਈ। ਕਰੀਚਕ ਨੂੰ ਬੋਲੀ ਦ੍ਰੋਪਦੀ ਕਹਿਣ ਲੱਗੀ ਦੋਹਰਾ ਜਬ ਜਾਮਨ ਹੋਵੈ ਤਿਮਰ ਮਿਲਹੁ ਤਬ ਤੁਮ ਆਏ। ਕਹਿਣ ਲੱਗੀ ਕਰੀਚਕ ਹੁਣ ਤਾਂ ਮੈਂ ਤੇਰੇ ਸਮਰਪਣ ਹੋ ਹੀ ਗਈ ਹਾਂ ਤੇ ਜੇ ਤੂੰ ਹੁਣ ਮੈਨੂੰ ਛੱਡ ਦੇਵੇਂ ਤੇ ਰਾਤਰੀ ਦੇ ਸਮੇਂ ਮੈਨੂੰ ਸਥਾਨ ਦੱਸ ਦੇ ਮੈਂ ਆ ਜਾਵਾਂਗੀ। ਤਜੀਏ ਅਬ ਮੋਕੋ ਦਿਵਸ ਨਿਜ ਸੰਕੇਤ ਬਤਾਏ। ਹੁਣ ਦਿਨ ਦਾ ਵੇਲਾ ਘਟੋ ਘਟ ਤੂੰ ਤਾਂ ਸ਼ਰਮ ਕਰ ਲਾਜ ਰੱਖ ਆਪਣੇ ਮਨ ਦੇ ਵਿੱਚ ਤੇ ਮੈਨੂੰ ਸੰਕੇਤ ਦੱਸ ਦੇ ਟਿਕਾਣਾ ਦੱਸ ਦੇ ਮੈਂ ਪਹੁੰਚਾਂਗੀ। ਚੌਪਈ ਇਸ ਬਿਦ ਸੁਨ ਕਰੀਚਕ ਹਰ ਖਾਨਾ। ਇਹ ਸੁਣ ਕੇ ਕਰੀਚਕ ਖੁਸ਼ ਹੋਇਆ ਕਿ ਦ੍ਰੋਪਦੀ ਨੇ ਮੇਰਾ ਕਹਿਣਾ ਮੰਨ ਲਿਆ। ਬਿਗਸ ਬਦਨ ਤੇ ਬਚਨ ਬਖਾਨਾ। ਇਹਨੇ ਖੁਸ਼ ਹੋ ਕੇ ਖੇੜੇ ਵਿੱਚ ਆ ਕੇ ਬੋਲਿਆ। ਨਿਸਾ ਹੋਤ ਸੂਨੀ ਚਟ ਸਾਰੋ। ਕਹਿਣ ਲੱਗਾ ਰਾਤ ਦਾ ਸਮਾਂ ਤੇ ਜਿੱਥੇ ਚਟਸਾਲ ਹੁੰਦੀ ਜਿੱਥੇ ਦਿਨੇ ਬੱਚੇ ਪੜ੍ਹਦੇ ਐ ਇਹ ਜਿਹੜੀ ਚਟਸਾਲ ਹੈ ਕਹਾਂ ਆਏ ਮਿਲ ਮੋਹੇ ਸੰਗਾਰੂ। ਉਸ ਸਖਣੀ ਚਟਸਾਲ ਵਿੱਚ ਆ ਕੇ ਤੂੰ ਮੈਨੂੰ ਮਿਲੀ। ਜੇ ਜਾਮਨ ਕੋ ਨੈ ਤੁਮ ਆਈ। ਯਾਦ ਰੱਖੀ ਦਾਸੀ ਜੇ ਤੂੰ ਨਾ ਆਈ ਘੋਰ ਭਈ ਤੇ ਲਿਓ ਗਹਾਈ। ਤੇ ਸਵੇਰੇ ਦਿਨ ਚੜਦਿਆਂ ਮੈਂ ਆਪਣੇ ਸਿਪਾਹੀ ਭੇਜ ਕੇ ਤੈਨੂੰ ਪਕੜ ਕੇ ਮੰਗਵਾ ਲਵਾਂਗਾ। ਛੁਟੀ ਸਿੰਘ ਤੇ ਮਿਰਗੀ ਜੈਸੇ। ਉਸ ਵੇਲੇ ਦ੍ਰੋਪਦੀ ਨੇ ਖੁਸ਼ੀ ਮਨਾਈ ਮਨ ਹੀ ਮਨ ਜਿਵੇਂ ਕਿਸੇ ਸ਼ੇਰ ਤੋਂ ਹਿਰਨੀ ਛੁੱਟ ਕੇ ਗਈ ਹੋਵੇ। ਗਮਨਿਓ ਸਦਨ ਬਿਖੇ ਤਜ ਤੈਸੇ। ਔਰ ਆਪਣੇ ਘਰ ਵਿੱਚ ਚੱਲ ਕੇ ਆਈ ਤੇ ਉਹਨੂੰ ਛੱਡ ਕੇ ਕਰੀਚਕ ਵੀ ਚਲਾ ਗਿਆ। ਮਿਥਰੇ ਬਾਰ ਬਦਨ ਕੁਮਲਾਨੇ। ਵਾਲ ਖਿਲਰੇ ਹੋਏ ਤੇ ਚਿਹਰਾ ਜਿਹੜਾ ਸੀ ਕੁਮਲਾਇਆ ਹੋਇਆ ਦ੍ਰੋਪਦੀ ਦਾ। ਘਿਰਿਓ ਤਮੀ ਪਤ ਤਮ ਨੈ ਮਾਨੋ। ਉਧਰ ਕਹਿੰਦੇ ਮਾਨੋ ਜਿਵੇਂ ਚਿਹਰੇ ਨੂੰ ਹਨੇਰੇ ਨੇ ਟੱਕਿਆ ਹੋਵੇ। ਸੂਕੇ ਅਦਰ ਸਿਥਲ ਸਭ ਅੰਗਾ। ਫੁੱਲ ਸੁੱਕੇ ਹੋਏ ਸਨ ਪਿਆਸ ਨਾਲ ਬੇਬਲ ਹੋਈ ਐ। ਲਪਟ ਧੂਲ ਤਨ ਭਇਓ ਕੁਰੰਗਾ। ਤੇ ਸਰੀਰ ਦੇ ਬਸਤਰ ਮਿੱਟੀ ਨਾਲ ਭਰੇ ਹੋਏ ਕਿਉਂਕਿ ਖਿੱਚਦਾ ਲਿਜਾ ਰਿਹਾ ਸੀ ਧੂ ਕੇ ਲਿਜਾ ਰਿਹਾ ਸੀ ਇਹਨੂੰ। ਦੋਹਰਾ ਭੂਪ ਉਠਾ ਸਭ ਸਭਾ ਸੋ ਹੋਤ ਭਈ ਜਬ ਰੈਨ। ਉਧਰ ਰਾਜੇ ਨੇ ਆਪਣੀ ਸਭਾ ਬਰਖਾਸਤ ਕੀਤੀ ਤੇ ਰਾਤ ਦਾ ਸਮਾਂ ਹੋਇਆ। ਔਰ ਬੇਸੂਰ ਪਾਂਡਵ ਗਏ ਜੈ ਜੈ ਤਿਨ ਕੇ ਐਨ। ਪੰਜੇ ਪਾਂਡਵ ਮਨ ਚ ਝੂਰਦੇ ਝੂਰਦੇ ਆਪੋ ਆਪਣੇ ਟਿਕਾਣਿਆਂ ਤੇ ਗਏ ਜਿੱਥੇ ਜਿੱਥੇ ਰਹਿੰਦੇ ਸਨ। ਚੌਪਈ ਭੋਜਨ ਕਰਨ ਹੁਤੀ ਜੇ ਥਾਈ। ਜਿਹੜਾ ਭੋਜਨ ਕਰਨ ਵਾਲਾ ਸਥਾਨ ਸੀ ਕਿਉਂਕਿ ਭੀਮ ਰਸੋਈਆ ਸੀ। ਭੋਜਨ ਕਰਨ ਵਾਲੀ ਜਿਹੜੀ ਜਗ੍ਹਾ ਸੀ ਬੈਠਿਓ ਭੀਮ ਤਹਾਂ ਪਛੁਤਾਈ। ਉੱਥੇ ਭੀਮ ਸਿਰ ਸੁੱਟ ਕੇ ਬੈਠਾ ਹੋਇਆ। ਹੋਏ ਤਿਮਰ ਦ੍ਰੋਪਦੀ ਆਈ। ਰਾਤ ਦਾ ਜਦੋਂ ਸਮਾਂ ਹੋਇਆ ਤੇ ਦ੍ਰੋਪਦੀ ਰਸੋਈ ਵਿੱਚ ਆਈ ਭੀਮ ਪਾਸ। ਰੋਏ ਭੀਮ ਕੇ ਘਰ ਲਪਟਾਈ। ਆਪਣੇ ਪਤੀ ਭੀਮ ਦੇ ਗਲ ਲੱਗ ਕੇ ਰੋਣ ਲੱਗੀ। ਤਾਰ ਬ੍ਰਿਖ ਜਿਉ ਲਤਾ ਸੋ ਲਾਗੀ। ਕਹਿੰਦੇ ਤਾੜ ਦੇ ਬ੍ਰਿਥ ਨਾਲ ਜਿਵੇਂ ਕੋਈ ਲਤਾ ਲੱਗਦੀ ਐ। ਰੋਵਤ ਜਨ ਧੋਵਤ ਦੁਖ ਦਾਗੀ। ਰੋਂਦੀ ਹੈ ਤੇ ਆਪਣੇ ਦੁੱਖ ਧੋਂਦੀ ਹੈ ਰੋ ਰੋ ਕੇ। ਮੁਖ ਤੇ ਵਾਕ ਨਾ ਜਾਏ ਬਖਾਨਾ। ਮੂੰਹ ਤੋਂ ਦ੍ਰੋਪਦੀ ਤੋਂ ਕੁਝ ਬੋਲ ਨਹੀਂ ਹੁੰਦਾ। ਗਦ ਗਦ ਗੇਰਾ ਪਰਮ ਡਰ ਮਾਨਾ। ਔਰ ਗਲਾ ਰੁਕਿਆ ਹੋਇਆ ਤੇ ਡਰੀ ਹੋਈ ਹੈ ਸਹਿਮੀ ਹੋਈ ਹੈ। ਧਰ ਤੀਰਜ ਪੁਨ ਬੈਨ ਉਚਾਰੇ। ਧੀਰਜ ਧਾਰਨ ਕਰਕੇ ਬੋਲੀ। ਪਾਂਚੋ ਪਤ ਤੁਮ ਮੇ ਰਖਵਾਰੇ। ਕਹਿਣ ਲੱਗੀ ਮੇਰੇ ਪੰਜ ਪਤੀ ਹੋ ਤੁਸੀਂ ਮੇਰੇ ਰਖਵਾਲੇ ਹੋ। ਮਹਾਸੂਰ ਅਤ ਬਲੀ ਧਨੁਰ ਧਰ। ਫਿਰ ਪੰਜੇ ਮਹਾਸੂਰਮੇ ਤੇ ਧਨੁਰ ਧਰ ਸ਼ਸਤਰ ਧਾਰੀ ਹੋ। ਤੁਮ ਹੋਵਤ ਸਤ ਟਾਰਤ
ਬਲ ਕਰ। ਤੁਹਾਡੇ ਪੰਜਾਂ ਦੇ ਹੁੰਦਿਆਂ ਕੋਈ ਮੇਰਾ ਸੱਤ ਟਾਲ ਜਾਵੇ, ਦੋਹਰਾ ਕਹਾ ਮਿਲਨ ਸੰਕੇਤ ਕੋ, ਜੋ ਨਾ ਜਾਉ ਤੇ ਪਾਸ। ਤੇ ਫਿਰ ਲਾਹਨਤ ਹੈ ਤੁਹਾਡੇ ਪੰਜਾਂ ਦੇ ਬਲ ਦੇ ਉੱਤੇ। ਦ੍ਰੋਪਦੀ ਨੇ ਏਦਾਂ ਤਾਨਾ ਮਾਰਿਆ, ਕਹਿਣ ਲੱਗੇ ਕਰੀਚਕ ਨੇ ਮੈਨੂੰ ਸੰਕੇਤ ਦਿੱਤਾ ਟਕਸਾਲ ਵਿੱਚ ਆਉਣ ਦਾ, ਭੋਰ ਪਈ ਲੈ ਜਾਵਈ, ਗੈ ਕਰ ਆਪਣੇ ਆਵਾਸ। ਜੇ ਮੈਂ ਨਾ ਗਈ ਤਾਂ ਉਹਨੇ ਸਵੇਰੇ ਸਿਪਾਹੀ ਭੇਜ ਕੇ ਮੈਨੂੰ ਬੁਲਾ ਲੈਣਾ। ਸਵਈਆ ਸੀਤਲ ਸਵਾਸ ਪਰੇ ਕਹਿ ਬੈਨ, ਹੁਣ ਠੰਡੇ ਠੰਡੇ ਹੌਕੇ ਭਰਦੀ ਤੇ ਬੋਲਦੀ ਐ, ਵਿਲੋਚਨ ਤੇ ਜਲ ਨਾ ਠਹਿਰਾਈ। ਦ੍ਰੋਪਦੀ ਦੀਆਂ ਅੱਖਾਂ 'ਚੋਂ ਪਾਣੀ ਵਹਿੰਦਾ ਜਾ ਰਿਹਾ ਹੈ। ਚਿੰਤ ਬੜੀ ਸਰਤਾ ਮਹਿ ਬੂੜ, ਚਿੰਤਾ ਦੀ ਨਦੀ ਵਿੱਚ ਡੁੱਬਦੀ ਜਾ ਰਹੀ ਹੈ। ਪਾਵ ਕਰਾਰ ਕੋ ਨਹਿ ਪਾਈ, ਨਾ ਕੋਈ ਪਾਰਲਾ ਕਿਨਾਰਾ ਮਿਲਦਾ ਨਾ ਉਰਲਾ। ਭੀਮ ਕਹਿਓ ਤਹਿ ਤਹਿ ਜਾਵੋ ਮੋ, ਭੀਮ ਬੋਲਿਆ, ਕਹਿਣ ਲੱਗਾ ਸੁਣ। ਔਰ ਧੀਰ ਦਈ ਸਭ ਪੀਰ ਮਿਟਾਈ। ਕਹਿਣ ਲੱਗਾ ਤੂੰ ਫਿਕਰ ਨਾ ਕਰ ਦ੍ਰੋਪਦੀ, ਤੇਰੀ ਜਗ੍ਹਾ ਤੇ ਮੈਂ ਇਸਤਰੀ ਭੇਖ ਬਣਾ ਕੇ ਮੈਂ ਜਾਵਾਂਗਾ ਕਰੀਚਕ ਦੇ ਕੋਲ। ਚਾਹੇ ਸੰਕੇਤ ਕਰਾ ਤਿਸ ਨੈ, ਜਿਹੜੀ ਜਗ੍ਹਾ ਤੇ ਤੈਨੂੰ ਆਉਣ ਦਾ ਉਹਨੇ ਸੰਕੇਤ ਕੀਤਾ, ਸਭ ਰੀਤ ਸੋ ਮੋਹੇ ਕੋ ਦੇਹੋ ਬਤਾਈ। ਮੈਨੂੰ ਦੱਸੋ ਕਿਹੜੀ ਜਗ੍ਹਾ ਜਿੱਥੇ ਉਹਨੇ ਤੈਨੂੰ ਬੁਲਾਇਆ। ਦ੍ਰੋਪਦੀ ਬੈਨ ਭਨੇ ਪਤ ਸੋ, ਦ੍ਰੋਪਦੀ ਨੇ ਫਿਰ ਸਾਰੀ ਗੱਲ ਆਪਣੇ ਪਤੀ ਭੀਮ ਨੂੰ ਦੱਸੀ ਟਟਸਾਰ ਬਿਖੈ ਮੋਹੇ ਤਾਹੇ ਬੁਲਾਈ। ਕਿ ਜਿਹੜੀ ਉਹ ਸਖਣੀ ਚਟਸਾਲ ਹੈ ਉੱਥੇ ਮੈਨੂੰ ਉਹਨੇ ਬੁਲਾਇਆ। ਤਾ ਸਮਝਾਏ ਭਲੀ ਬਿਦ ਸੋ, ਸਾਰਾ ਟਿਕਾਣਾ ਇਹਨੇ ਭਲੀ ਪ੍ਰਕਾਰ ਨਾਲ ਸਮਝਾ ਦਿੱਤਾ ਦ੍ਰੋਪਦੀ ਨੇ ਭੀਮ ਨੂੰ। ਨਿਜ ਥਾਨ ਬਿਖੈ ਚੱਲ ਕੇ ਪੁਨ ਆਈ, ਔਰ ਚੱਲ ਕੇ ਉੱਥੋਂ ਰਸੋਈ ਚੋਂ ਆਪਣੀ ਜਗ੍ਹਾ ਤੇ ਆ ਗਈ। ਭੋਜਨ ਖਾਏ ਅਗਾਏ ਕੈ ਭੀਮ, ਇਧਰ ਭੀਮ ਨੇ ਪਹਿਲਾਂ ਚੰਗਾ ਰੱਜ ਕੇ ਪ੍ਰਸ਼ਾਦਾ ਛਕਿਆ, ਰਸੋਈਆ ਸੀ, ਚੰਗੀ ਤਰ੍ਹਾਂ ਰੱਜ ਕੇ ਭੋਜਨ ਛਕ ਕੇ ਚਲਾ ਹਿੱਤ ਮਾਰਨ ਕੇ ਤੇ ਤਾਈ। ਕਰੀਚਕ ਨੂੰ ਮਾਰਨ ਵਾਸਤੇ, ਕਰੀਚਕ ਦਾ ਵੱਧ ਕਰਨ ਵਾਸਤੇ ਗਿਆ। ਇਹ ਸਾਰੀ ਕਥਾ ਗੁਰੂ ਕਲਗੀਧਰ ਜੀ ਨੇ ਵੀ ਲਿਖੀ ਆ ਦਸਮ ਬਾਣੀ 'ਚ। ਕਹਿੰਦੇ ਉਸ ਵਕਤ ਫਿਰ ਇਹ ਚੱਲ ਕੇ ਗਿਆ। ਕਰੀਚਕ ਕੀ ਬੇਰਥਾ ਸੁਨੀਏ, ਉਧਰ ਹੁਣ ਕਰੀਚਕ ਦੀ ਬਿਰਥਾ ਸੁਣੋ ਕਿ ਉਹ ਮਲੇਛ ਕੀ ਪਿਆ ਕਰਦਾ। ਦਿਨ ਬੀਤਤ ਨਾਹੇ ਰਿਓ ਅਕੁਲਾਈ, ਉਹਨੇ ਦਿਨ ਬੜਾ ਔਖਾ ਸੌਖਾ ਕੱਟਿਆ। ਕਬਿਤ ਚਿਤ ਬਿਖੈ ਚਿਤਵਤ ਮਿਲੈ ਕਬ ਅੰਗ ਸੰਗ। ਮਨ ਹੀ ਮਨ ਕੋ ਕਿ ਕਾਮੀ ਮਨੁੱਖ ਮਨ ਵਿੱਚ ਕਈ ਤਰ੍ਹਾਂ ਦੀਆਂ ਊਟ ਪਟਾਂਗ ਚਿਤਵਨੀਆਂ ਚਿਤਵਦਾ। ਕਰੋ ਮਨ ਪਾਇਓ ਕਬ ਦਿਵਸ ਬਿਹਾਏ ਹੈ, ਕਹਿੰਦਾ ਦਿਨ ਕਦੋਂ ਬਤੀਤ ਹੋਵੇ। ਮੀਨ ਸਮ ਤਰਫਤ ਕਾਮ ਸੋ ਪੀੜਤ ਅਤ, ਜਿਵੇਂ ਮੱਛੀ ਨਹੀਂ ਤੜਪਦੀ ਪਾਣੀ ਬਿਨਾ, ਏਦਾਂ ਕਾਮ ਕਰਕੇ ਤੜਫਦਾ ਹੈ ਕਰੀਚਕ। ਮੋਕੋ ਸੁਖ ਦੈਨੀ ਕਬ ਦਰਸ ਦਿਖਾਏ ਹੈ, ਕਹਿੰਦਾ ਕਦੋਂ ਆਵੇਗੀ ਦ੍ਰੋਪਦੀ, ਹਾਲੇ ਤੱਕ ਉਹ ਦਾਸੀ ਨਹੀਂ ਪਹੁੰਚੀ। ਚੈਨ ਨਾ ਪਰਤ ਇਤ ਉਤ ਹੂੰ ਕੋ ਵਿਚਰਤ, ਔਰ ਇੱਧਰ ਉੱਧਰ ਸੱਜੇ ਖੱਬੇ ਦੌੜਿਆ ਫਿਰਦਾ। ਵਿਯੋਗ ਤੇ ਤਪਤ ਮਨ ਹੋਇਆ ਬਜਰ ਜਾਏ ਹੈ, ਜਿਵੇਂ ਕਿਸੇ ਵਿਯੋਗ ਕਰਕੇ ਕੋਈ ਤੜਫਦਾ ਤੇ ਸੜ ਜਾਂਦਾ, ਇਉਂ ਸੜਦਾ ਹੈ ਕਾਮੀ। ਐਸੀ ਗਤ ਭਈ ਮਤ ਚਿੱਤ ਤੇ ਬਿਸਰ ਗਈ, ਇਹੋ ਜੀ ਹਾਲਤ ਹੋਈ ਕਿ ਇਹਨੂੰ ਸੁੱਧ ਬੁੱਧ ਆਪਣੀ ਭੁੱਲੀ ਹੋਈ ਹੈ। ਹੋਵਤ ਪਰਦੋਖ ਕੇ ਸੋਏ ਉਠਿਓ ਹਰ ਖਾਏ ਹੈ। ਰਾਤ ਦਾ ਸਮਾਂ ਹੋਇਆ ਤੇ ਉਸੇ ਜਗ੍ਹਾ ਤੇ ਪਹੁੰਚਿਆ ਜਿਹੜਾ ਟਿਕਾਣਾ ਇਹਨੇ ਨਿਯਤ ਕੀਤਾ ਸੀ। ਪਾਂਦੇ ਸੰਗ ਚਟਿਆ ਲੈ ਗਏ ਨਿਜ ਧਾਮ ਜਬ, ਉਧਰ ਜਿਹੜੇ ਬੱਚੇ ਸੀ ਸਾਰੇ, ਸਕੂਲ ਸੀਗਾ ਉੱਥੇ, ਚਟਸਾਲ ਸਕੂਲ ਨੂੰ ਕਹਿੰਦੇ ਐ, ਉਹ ਸਾਰੇ ਚਲੇ ਗਏ। ਆਨ ਕੈ ਪ੍ਰਿਅੰਕ ਸੇਤ ਸੇਜ ਕੋ ਡਸਾਇਓ ਹੈ, ਉੱਥੇ ਨੇ ਆਪਣਾ ਪਲੰਗਾ ਤੇ ਆਸਣ ਲਾ ਲਿਆ। ਅਤਰ ਸੁਗੰਧ ਅੰਗ ਅੰਗ ਮੈਂ ਲਗਾਏ ਕਰ, ਅਨੇਕਾਂ ਸੁਗੰਧੀਆਂ ਦਾ ਚਰਚਣ ਕੀਤਾ। ਬੈਠ ਤਬ ਆਏ ਧਿਆਨ ਤਾਹੇ ਦਿਸ਼ ਲਾਇਓ ਹੈ, ਔਰ ਧਿਆਨ ਉਸੇ ਪਾਸੇ ਮਾੜੀ ਬਿਰਤੀ 'ਚ ਲੱਗਾ ਹੋਇਆ। ਫੂਲ ਮਾਲ ਗਲੇ ਡਾਰ ਰਾਖੇ ਹੈ ਸਵਾਰਿਓ, ਕਰੀਚਕ ਨੇ ਗਲ ਵਿੱਚ ਫੁੱਲਾਂ ਦੀ ਮਾਲਾ ਆਦਿਕ ਧਾਰਨ ਕੀਤੀ ਹੋਈ ਹੈ। ਸੁੰਦਰ ਸਮਾਜ ਕਰ ਦੇਹ ਲਿਸ਼ਕਾਇਓ ਹੈ, ਔਰ ਇੱਥੇ ਆਣ ਕੇ ਬੈਠਾ ਹੋਇਆ। ਲਾਈ ਬਹੁ ਦੇਰ ਕਹਿਦੋ ਮਤ ਗਈ ਫੇਰ, ਸੋਚਦਾ ਵੀ ਕਿਤੇ ਉਹ ਦਾਸੀ ਨਹੀਂ ਆ ਰਹੀ, ਕਿਤੇ ਮੱਤ ਤਾਂ ਨਹੀਂ ਫੇਰ ਗਈ ਵੀ ਉਹ ਆਵੇ ਨਾ। ਬੈਠੇ ਝੁਕ ਝੁਕ ਫੇਰ ਬਡੋ ਜਹਾਂ ਤਮ ਛਾਇਓ ਹੈ, ਔਰ ਹਨੇਰਾ ਬਹੁਤ ਜ਼ਿਆਦਾ ਸੀ, ਘੁੱਪ ਹਨੇਰੇ 'ਚ ਬਾਹਰ ਡਿਗਾ ਮਾਰ ਕੇ ਵੇਖਦਾ। ਭੀਮ ਜਬ ਗਇਓ ਪਗ ਖਰਕਾ ਸੁਨੰਤ ਪਇਓ, ਇਹਨੇ ਨੂੰ ਭੀਮ ਨੇ ਜਿਹੜਾ ਸੀ ਪੈਰਾਂ 'ਚ ਪੈਂਜਣੀਆਂ ਜੀਆਂ ਪਾਈਆਂ ਤੇ ਖੜਕਾ ਜਾ ਕਰਦਾ ਆਇਆ। ਜਾਨੀ ਸੁਖ ਦੈਨੀ ਅਬ ਮੇਰੇ ਟਿਗ ਆਈ ਹੈ, ਇਹਨੇ ਸੁਣਿਆ ਵੀ ਉਹ ਦਾਸੀ ਦੇ ਪੈਰਾਂ ਦੀਆਂ ਝਾਂਜਰਾਂ ਖੜਕਦੀਆਂ, ਪਰ ਇਹ ਨਹੀਂ ਸੀ ਪਤਾ ਕਰੀਚਕ ਨੂੰ ਇਹਦਾ ਕਾਲ ਆ ਗਿਆ।
ਪਾਪੀ ਦਾ ਕਾਲ ਆਇਆ, ਇਹਨੂੰ ਇਸ ਗੱਲ ਦੀ ਸੋਝੀ ਨਹੀਂ ਸੀ। ਭੀਮ ਦੇ ਪੈਰਾਂ ਦਾ ਖੜਾਕ ਸੁਣ ਕੇ ਉਹਨੇ ਅੰਦਾਜ਼ਾ ਲਾਇਆ ਵੀ ਦਾਸੀ ਆ ਗਈ ਹੈ। ਹਿਰਦੈ ਹਰ ਖਾਏ ਨਿਜ ਅੰਗ ਮੈਂ ਨ ਮਾਏ। ਬੜਾ ਖੁਸ਼ ਹੋਇਆ ਤੇ ਖੁਸ਼ੀ ਇਹਦੇ ਅੰਗਾਂ 'ਚ ਨਹੀਂ ਮੇਵਦੀ। ਅਬ ਕਰੋ ਕਾਮ ਕੇਲ ਮੇਲ ਭਈ ਮਨ ਪਾਈ ਹੈ। ਕਹਿੰਦਾ ਮੇਰੀ ਮਨ ਭਾਉਂਦੀ ਹੋ ਗਈ ਜੋ ਮੈਂ ਚਾਹੁੰਦਾ ਸਾਂ। ਗਏ ਤੇ ਸਮੀਪ ਹੱਥ ਗਹਿਨ ਚਲਾਇਓ ਹਾਥ। ਹੁਣ ਹਨੇਰਾ ਸੀ, ਚਾਨਣਾ ਨਹੀਂ ਸੀ। ਜਦੋਂ ਨੇੜੇ ਹੋ ਕੇ ਅੱਗੇ ਹੱਥ ਇਹਨੇ ਵਧਾਇਆ ਪਕੜਨ ਵਾਸਤੇ, ਤਾਂ ਕੋ ਗਹਿ ਲੀਨੋ ਖੈਂਚ ਰਿਓ ਨਾ ਛੁਰਾਈ ਹੈ। ਜਦੋਂ ਹੱਥ ਫੜਿਆ ਨਾ ਇਹਨੇ ਭੀਮ ਦਾ, ਇਹਨੇ ਆਖਿਆ ਖਿੱਚ ਕੇ ਲੈ ਕੇ ਜਾਵਾਂ, ਪਰ ਅੱਗੋਂ ਉਹ ਵੀ ਭੀਮ ਸੀ। ਉਹਨੇ ਆਪਣੀ ਬਾਹ ਅਟਕਾ ਲਈ, ਜਿਉਂ ਖਿੱਚਣ ਲੱਗਾ ਕਹਿੰਦਾ ਇਹਦੇ ਦਾਸੀ ਵਿੱਚ ਸਵੇਰੇ ਤਾਂ ਇਹਨੂੰ ਮੈਂ ਧੂੰਦਾ ਲਿਜਾਈ ਜਾਂਦਾ ਸੀ, ਇਹਦੀਆਂ ਬਾਹਾਂ 'ਚ ਇੰਨਾ ਬਲ। ਹੁਣ ਉਹਦੀ ਹੱਥ ਦੀ ਕੜੀ ਵੀ ਮੋਟੀ ਭੀਮ ਦੀ, ਉਹ ਵੇਖੇ ਵੀ ਇਹ ਕੀ ਹੈ। ਉਠਿਓ ਤਬ ਠਾਂਡਾ ਪਇਓ ਕੌਰੀ ਵਿੱਚ ਗਇਓ ਲਿਓ। ਕਹਿੰਦੇ ਉੱਠਿਆ, ਉੱਠ ਕੇ ਜਦੋਂ ਗਲਵੱਕੜੀ 'ਚ ਲੈਣ ਲੱਗਾ ਭੀਮ ਨੂੰ, ਸੂਰ ਪਹਿਚਾਨ ਲੱਗੇ ਕਰਨ ਲੜਾਈ ਹੈ। ਅੱਗੋਂ ਭੀਮ ਨੇ ਵੀ ਗਲਵੱਕੜੀ 'ਚ ਲੈ ਕੇ ਜਦੋਂ ਬਾਹਾਂ ਦੇ ਨਾਲ ਕੁੱਟਿਆ ਜਾਣਾ, ਇਹਦੇ ਹੱਡ ਜੇ ਖੜਕੇ ਅੰਦਰੋਂ, ਕਹਿੰਦਾ ਇਹ ਤਾਂ ਕੁਝ ਹੋਰ ਹੀ ਮਸਲਾ ਹੈ। ਉੱਥੇ ਫਿਰ ਜੰਗ ਛਿੜਾਇਆ, ਦੋਹਾਂ ਦਾ ਆਪਸੀ ਯੁੱਧ ਹੋਣ ਲੱਗਾ। ਮੁਸ਼ਟ ਪ੍ਰਹਾਰ ਕਰਨ ਲੱਗਾ ਘਰੀ ਯਾਰ ਮਾਨੋ। ਕਹਿੰਦੇ ਮੁੱਕਿਆਂ ਦਾ ਹੁਣ ਉਹਦੇ ਵਿੱਚ ਵੀ ਕ੍ਰੀਚਕ 'ਚ ਵੀ 10,000 ਹਾਥੀਆਂ ਦਾ ਬਲ ਹੈ ਤੇ ਇਧਰ ਭੀਮ ਵਿੱਚ ਵੀ ਇੱਕੋ ਜਿਹਾ ਬਲ ਹੈ। ਇੱਕ ਦੂਜੇ ਨੂੰ ਮੁੱਕਾ ਜਦੋਂ ਮਾਰਦੇ ਨੇ ਇਦਾਂ ਲੱਗਦਾ ਵੀ ਜਿਵੇਂ ਕਿਸੇ ਕੜਿਆਲ ਦੇ ਉੱਤੇ ਕਿਸੇ ਨੇ ਹਥੌੜਾ ਮਾਰਿਆ ਹੋਵੇ। ਘੜਤ ਲੋਹਾਰ ਜਮ ਬਲ ਹੈ ਸਮਾਨ ਕੋ। ਕਹਿੰਦੇ ਬਲ ਦੋਨਾਂ ਵਿੱਚ ਇੱਕ ਸਮਾਨ ਹੈ। ਜਿਵੇਂ ਕੋਈ ਲੋਹਾਰ ਨਹੀਂ ਲੋਹਾ ਘੜਦਾ ਤੇ ਆਵਾਜ਼ ਆਉਂਦੀ, ਇਦਾਂ ਇਹਨਾਂ ਦੇ ਮੁੱਕਿਆਂ ਤੇ ਚਪੇੜਾਂ ਦੀ ਆਵਾਜ਼ ਆਉਂਦੀ ਹੈ। ਕਹਿ ਦੋ ਗੱਜ ਦੋ ਸਿੰਘ ਸ਼ਾਰਦੂਲ ਸੋ। ਜਾਂ ਇਸ ਤਰ੍ਹਾਂ ਕਹਿ ਲਈਏ ਦੋ ਹਾਥੀ ਪੇ ਲੜਦੇ ਨੇ, ਜਾਂ ਇਉਂ ਕਹਿ ਲਈਏ ਦੋ ਬੱਬਰ ਸ਼ੇਰ ਪੇ ਲੜਦੇ ਨੇ। ਹਿਰਦੈ ਕ੍ਰੋਧ ਬਹੁ ਹੋਊ ਨਹਿ ਪਾਏ ਕੌਹਾਨ ਕੋ। ਵੇਖੋ ਮਾਂ ਕਵੀ ਜੀ ਜਿੱਥੇ ਸ਼ਿੰਗਾਰ ਰਸ ਆਉਂਦਾ ਉਹਦਾ ਸ਼ਿੰਗਾਰ ਰਸ, ਹੁਣ ਇੱਥੇ ਵੀਰ ਰਸ ਹੈ ਤੇ ਵੀਰ ਰਸ ਦਾ ਵਰਣਨ ਉਸੇ ਤਰ੍ਹਾਂ ਭਰਦੇ ਹੈ। ਕਹਿੰਦੇ ਲੜਦੇ ਨੇ, ਲੜਦਿਆਂ ਸ਼ਾਂਤ ਨਹੀਂ ਹੁੰਦੇ। ਲਾਗਤ ਚਪੇਟ ਭਈ ਪਿੜਨੇ ਕੀ ਭੇਟ ਲੱਖ। ਕਹਿੰਦੇ ਚਪੇੜਾਂ ਵੱਜਦੀਆਂ, ਮੁੱਕੇ ਵੱਜਦੇ ਨੇ, ਬਹੁਤ ਜ਼ਿਆਦਾ ਭਿਆਨਕ ਭੇੜ ਹੁੰਦਾ। ਸੋਬਟ ਸਹੇਟ ਮਨ ਕਰਾਇਆ ਅਭਿਮਾਨ ਕੋ। ਔਰ ਦੋਵੇਂ ਸੂਰਮੇ ਨੇ, ਯੋਧੇ ਨੇ, ਦੋਵੇਂ ਅਭਿਮਾਨੀ ਹਨ। ਰਤਨ ਕੋ ਮਾਰੇ ਮੁਖ ਬਚਨ ਉਚਾਰਨ ਹੈ। ਨਾਲੇ ਇੱਕ ਦੂਜੇ ਦੇ ਲੱਤਾਂ ਮਾਰਦੇ, ਬੋਲਦੇ ਨਹੀਂ ਕੁਝ। ਕ੍ਰੀਚਕ ਨੂੰ ਵੀ ਇਹ ਡਰ ਹੈ ਵੀ ਇੱਥੇ ਰਾਤ ਨੂੰ ਉੱਚਾ ਨਹੀਂ ਬੋਲਣਾ, ਤੇ ਭੀਮ ਤਾਂ ਪਹਿਲਾਂ ਹੀ ਗੁਪਤ ਰਹਿਣਾ ਚਾਹੁੰਦਾ ਸੀ। ਬੋਲਦੇ ਨਹੀਂ ਪਰ ਹੱਥਾਂ ਪੈਰਾਂ ਨਾਲ ਹੀ ਮਾਰਦੇ ਨੇ। ਤੁਰੇਈ ਲਰਤ ਹੈ ਮਰੋ ਲੁੱਕੇ ਲੁੱਕੇ ਹੀ ਇੱਥੇ ਲੜੀ ਜਾਂਦੇ ਨੇ, ਇੱਕ ਦੂਜੇ ਦੀਆਂ ਬਾਹਾਂ ਮਰੋੜਦੇ ਨੇ। ਸਵਈਆ ਜਮ ਸੰਗਰਾਮ ਪਇਓ ਜਬ ਕ੍ਰੀਚਕ। ਕਹਿੰਦੇ ਇੱਕ ਪੈਰ ਤੱਕ ਦੋਨਾਂ ਦੀ ਲੜਾਈ ਹੁੰਦੀ ਰਹੀ। ਹੈ ਅਟਕਾਏ ਕੈ ਭੀਮ ਗਿਰਾਇਓ। ਕਹਿੰਦੇ ਅਟਕਾ ਕੇ ਭੀਮ ਨੂੰ ਇੱਕ ਵਾਰੀ ਇਹਨੇ ਸੁੱਟਿਆ, ਮੁੜ ਕੇ ਭੀਮ ਨੇ ਇਹਨੂੰ ਸੁੱਟ ਲਿਆ। ਕ੍ਰੀਚਕ ਉੱਪਰ ਤਾਂ ਚੜ ਕੇ। ਕਹਿੰਦੇ ਕ੍ਰੀਚਕ ਦੇ ਉੱਤੇ ਚੜ ਕੇ ਭੀਮ ਨੇ ਉਹ ਗੋਡਨ ਮਾਰ ਕੇ ਭੂਮ ਗਿਰਾਇਓ। ਮਾਰ ਕੇ ਗੋਡਾ, ਜਿਹੜੀ ਜਦੋਂ ਜ਼ਮੀਨ ਤੇ ਸੁੱਟਿਆ ਤੇ ਛਾਤੀ ਤੇ ਗੋਡਾ ਧਰ ਕੇ, ਗੋਡਾ ਜਦੋਂ ਘੁਮਾਇਆ ਨਾ ਇਹਨੇ ਤੇ ਕ੍ਰੀਚਕ ਦੇ ਸਾਹ ਨਿਕਲਣ ਲੱਗੇ। ਆਓ ਬਚਾਏ ਉਬੈ ਪਗ ਭੀਮ। ਇਧਰ ਭੀਮ ਵੀ, ਜਦ ਕ੍ਰੀਚਕ ਵੀ ਬਲ ਕਰਕੇ ਉੱਤੇ ਆਇਆ, ਭੀਮ ਨੂੰ ਉਹਨੇ ਥੱਲੇ ਲਿਆ। ਏਦਾਂ ਇੱਕ ਦੂਜੇ ਨੂੰ ਕਦੇ ਵਾਰੋ ਵੇਰੀ ਥੱਲੇ ਲੈਂਦੇ ਹਨ। ਤਾਂ ਛਤੀਆ ਪਰ ਹਾਰ ਲਗਾਇਓ। ਕਹਿੰਦੇ ਜਿਹੜਾ ਹਾਰ ਪਾਇਆ ਹੋਇਆ ਸੀ ਛਾਤੀ ਦੇ ਉੱਤੇ ਨੇ, ਚੋਟ ਲੱਗੇ ਨਾ ਸੰਭਾਰ ਰਹੀ। ਕਹਿੰਦੇ ਉਹ ਹਾਰ ਦੇ ਨਾਲ ਹੀ ਤੋੜ ਕੇ ਜਦੋਂ ਇਹਨੂੰ ਮਾਰਿਆ ਨਾ, ਇਹੋ ਜੀ ਚੋਟ ਲੱਗੀ ਵੀ ਕ੍ਰੀਚਕ ਨੂੰ ਸੰਭਾਲ ਨਹੀਂ ਰਹੀ ਆਪਣੀ। ਗਿਰ ਗਾਜਨ ਪੌਣ ਨੇ ਰੁਖ ਗਿਰਾਇਓ। ਜ਼ਮੀਨ ਤੇ ਧੜਮ ਦੇ ਕੇ ਡਿੱਗਾ ਕ੍ਰੀਚਕ, ਜਿਵੇਂ ਕੋਈ ਦਰਖਤ ਡਿੱਗਦਾ ਹਵਾ ਨਾਲ। ਭੀਮ ਚੜਾਤੇ ਹੈ ਉੱਪਰ ਕ੍ਰੋਧ ਤੇ ਕੈ। ਕ੍ਰੋਧ ਵਿੱਚ ਆਇਆ ਭੀਮ, ਕ੍ਰੀਚਕ ਦੇ ਉੱਤੇ ਚੜ ਗਿਆ। ਹੱਥ ਗਇਓ ਸੋ ਮਰੋਰ ਕੈ ਡਾਰਾ। ਔਰ ਹੱਥ ਫੜਿਆ ਇਹਦਾ, ਹੱਥ ਫੜ ਕੇ ਜਿਉਂ ਮਰੋੜਿਆ ਬਲ ਦੇ ਨਾਲ। ਦੀਨ ਪਇਓ ਬਲ ਦੇਖਤ ਹੈ ਭੁਜ। ਔਰ ਦੀਨ ਜਾ ਹੋਇਆ ਕ੍ਰੀਚਕ, ਆਪਣੀਆਂ ਬਾਹਾਂ ਦਾ ਬਲ ਲਾਂਦਾ ਪਰ ਛੁਡਾ ਨਹੀਂ ਪਾਉਂਦਾ। ਦੂਸਰ ਜੋ ਔਰਤੇ ਸੋ ਉਖਾਰਾ। ਕਹਿੰਦੇ ਇੰਨੇ ਬਲ ਨਾਲ ਦੋਹਾਂ ਬਾਹਾਂ ਨਾਲ ਫੜ ਕੇ, ਇਹਦੀ ਬਾਹ ਫੜ ਕੇ ਪੈਰ ਧਰ ਕੇ ਨਾ ਇਹਦੀ ਛਾਤੀ ਦੇ ਉੱਤੇ ਜ਼ੋਰ ਨਾਲ ਜਦੋਂ ਬਾਹ ਖਿੱਚੀ ਤੇ ਉਹਦੀ ਜੜ ਦੇ ਵਿੱਚੋਂ, ਕ੍ਰੀਚਕ ਦੇ ਮੋਢੇ ਦੇ ਵਿੱਚੋਂ ਦੀ ਬਾਹ ਖਿੱਚ ਕੇ ਬਾਹਰ ਸੁੱਟ ਲਈ।
ਭੀਮ ਨੇ ਮੁੰਡ ਮਰੋੜ ਲਿਓ ਪੁੰਨ ਤਾਹੇ ਕੋ ਫੇਰ ਉਹਦਾ ਗੋਡਾ ਮਰੋੜ ਕੇ ਧਰ ਲਿਆ ਦੀਨ ਟਿਕਾ 136 ਮਝਾਰਾ ਗੋਡਾ ਮਰੋੜ ਕੇ ਲੱਤ ਤੋੜ ਕੇ ਜਿਹੜੀ ਛਾਤੀ ਵਾਲੀ ਜਗ੍ਹਾ ਹੁੰਦੀ ਆ ਉੱਥੇ ਤੱਕ ਲੈ ਕੇ ਧਰ ਲਿਆ ਹੱਥ ਦੋਉ ਪੱਗ ਤੋਰ ਭਲੀ ਬਿਦ ਫਿਰ ਦੂਜੀ ਲੱਤ ਫੜ ਕੇ ਤਰੋੜ ਕੇ ਸਿੱਧਾ ਜਿਵੇਂ ਚੱਕਰ ਜਿਹਾ ਨਹੀਂ ਬਣਾਈਦਾ ਹੁੰਦਾ ਉਹ ਤੋੜ ਕੇ ਉੱਪਰਲੇ ਪਾਸਿਓਂ ਸਿਰ ਦੇ ਲਿਆ ਕੇ ਧਰ ਕੇ ਫਿਰ ਦੂਜੀ ਬਾਹ ਵੀ ਤੋੜ ਦਿੱਤੀ ਪੇਟ ਮੈਂ ਪਾਏ ਕੇ ਨੀਕੇ ਸਵਾਰਾ ਉਹ ਚਾਰੇ ਦੇ ਲੱਤਾਂ ਬਾਹਾਂ ਤੇ ਜਿਹੜੇ ਦੋਵੇਂ ਲੱਤਾਂ ਤੇ ਦੋਵੇਂ ਪੈਰ ਪੁੱਟ ਕੇ ਨਾ ਨਾਲ ਇਹਦੇ ਧੜ ਤੋਂ ਇਹਦਾ ਜਿਹੜਾ ਪੇਟ ਸੀ ਉਹਦੇ ਵਿੱਚ ਸਾਰੀਆਂ ਚਾਰੇ ਇਕੱਠੀਆਂ ਕਰਕੇ ਰੱਖ ਦਿੱਤੀਆਂ ਦੋਹਰਾ ਕਰ ਕੁਲਾਲ ਕੇ ਚਾਕ ਸਮ ਜੋਸ਼ ਤੀਰ ਚਟਸਾਰ ਜਿਵੇਂ ਘੁਮਿਆਰ ਦਾ ਚੱਕ ਨਹੀਂ ਹੁੰਦਾ ਉਹਦੇ ਵਾਂਗੂ ਕਰ ਦਿੱਤਾ ਇਹਦਾ ਸਾਰਾ ਸਰੀਰ ਤੇ ਉੱਥੇ ਇੱਕ ਸ਼ਤੀਰ ਸੀ ਚਟਸਾਲ ਦਾ ਪਿਆ ਸ਼ਤੀਰ ਲੱਕੜ ਦਾ ਦੇਹ ਕੋ ਸਿਰੋਂ ਉਠਾਏ ਕੈ ਦੀਨ ਤਸਾਏ ਮਝਾਰ ਕਹਿੰਦੇ ਉਹਨੂੰ ਚੁੱਕ ਕੇ ਉਹਦੇ ਪੇਟ ਦੇ ਵਿੱਚ ਤਸਾ ਕੇ ਕਹਿੰਦੇ ਉਹਦੇ ਨਾਲ ਗੱਡ ਦਿੱਤਾ ਸਵਈਆ ਚਾਰ ਕੜੀ ਜਬ ਰਹਿਣ ਰਹੀ ਜਦੋਂ 4 ਘੜੀਆਂ ਦਿਨ ਬਚਿਆ ਤਬ ਭੀਮ ਗਇਓ ਆਪਣੇ ਘਰ ਮਾਹੀ ਏਦਾਂ ਉਹਦੀ ਧੌਣ ਵੀ ਕੱਟ ਕੇ ਵਿੱਚੇ ਹੀ ਰੱਖ ਕੇ ਧੜ ਦੇ ਹੱਥ ਪੈਰ ਵੀ ਤੇ ਉੱਤੇ ਵਿੱਚ ਉਹਨੂੰ ਗੱਡ ਦਿੱਤਾ ਸ਼ਤੀਰ ਨੂੰ ਤੇ ਏਦਾਂ ਕਰੀਚਕ ਨੂੰ ਮਾਰ ਕੇ 4 ਘੜੀਆਂ ਜਦੋਂ ਰਾਤ ਰਹਿ ਗਈ ਤੇ ਭੀਮ ਚਲਾ ਗਿਆ ਦੇਹ ਪਇਓ ਸ਼ਰਮ ਸੋਏ ਰਹਿਓ ਕਹਿੰਦੇ ਜਾ ਕੇ ਥੱਕਿਆ ਹੋਇਆ ਸੀ ਜਾ ਕੇ ਸੌ ਗਿਆ ਭੀਮ ਹੋਰ ਬੀਚ ਲਖੀ ਕੇ ਨਹੁ ਸੁਧ ਨਾਹੀ ਕਿਸੇ ਨੂੰ ਨਹੀਂ ਪਤਾ ਲੱਗਾ ਵੀ ਕਰੀਚਕ ਏਦਾਂ ਮਾਰਿਆ ਤੇ ਭੀਮ ਨੇ ਮਾਰਿਆ ਹੋਰ ਭਈ ਸਭ ਲੋਕ ਉਠੇ ਜਦੋਂ ਅਗਲਾ ਦਿਨ ਚੜਿਆ ਲੋਕ ਉੱਠੇ ਵਿਖ ਕ੍ਰੀਚਕ ਪਾਏ ਨਾ ਧਾਮ ਜਹਾਹੀ ਵੇਖਿਆ ਕਰੀਚਕ ਹੈ ਨਹੀਂ ਘਰ ਜਿੱਥੇ ਰਹਿੰਦਾ ਸੀ ਹੋਏ ਹਿਰਦੈ ਬਿਸਮੈ ਸਭ ਹੀ ਲੋਕ ਹੈਰਾਨ ਹੋ ਰਹੇ ਨੇ ਵੀ ਕਿੱਧਰ ਗਿਆ ਸਭ ਖੋਜਨ ਕੀਨ ਭਲੀ ਬਿਦਤਾਹੀ ਲੱਭਣ ਲੱਗੇ ਭਾਲਣ ਲੱਗੇ ਕਰੀਚਕ ਨੂੰ ਰੋਰ ਪਰਾ ਸਗਰੇ ਪੁਰ ਮੈਂ ਸਾਰੇ ਨਗਰ ਚ ਰੌਲਾ ਪੈ ਗਿਆ ਕ੍ਰੀਚਕ ਪਾਵਤ ਹੈ ਕਿ ਥਾਈ ਕਿਤੇ ਕਰੀਚਕ ਮਿਲ ਜਾਵੇ ਲੱਭ ਜਾਵੇ ਦੇਖਿਓ ਤਬੈ ਚੱਟ ਸਾਰ ਮਝਾਰ ਇਹਨਾਂ ਨੂੰ ਚੱਟ ਸਾਲ ਖੁੱਲਣ ਦਾ ਵੇਲਾ ਜਦੋਂ ਉੱਥੇ ਗਏ ਤੇ ਉੱਥੇ ਕਰੀਚਕ ਇਕੱਠਾ ਜਿਹਾ ਹੋਇਆ ਜਿਵੇਂ ਚੱਕਰ ਹੁੰਦਾ ਏਦਾਂ ਪਿਆ ਹੋਇਆ ਕੁਲਾਲ ਕੇ ਚਾਕ ਸਮਾਨ ਬਣਾਈ ਕੁਲਾਲ ਦਾ ਘੁਮਿਆਰ ਦਾ ਜਿਹੜਾ ਚੱਕ ਹੁੰਦਾ ਉਹਦੇ ਸਮਾਨ ਕਰੀਚਕ ਬਣਾ ਕੇ ਰੱਖਿਆ ਹੋਇਆ ਆਨਨ ਦੇਖ ਪਛਾਨਤ ਭੇ ਉਹਦਾ ਮੂੰਹ ਜਿਹਾ ਪਿਆ ਹੋਇਆ ਉਹਦੇ ਤੋਂ ਪਛਾਣ ਆਈ ਵੀ ਇਹ ਕਰੀਚਕ ਹੈ ਸਿਰ ਤੋਰ ਜੋ ਪੇਟ ਕੇ ਮਾਹੇ ਟਿਕਾਈ ਕਿਉਂਕਿ ਉਹਦਾ ਸਿਰ ਤੋੜ ਕੇ ਉਹਦੇ ਢਿੱਡ ਦੇ ਵਿੱਚ ਟਿਕਾਇਆ ਹੋਇਆ ਸੀ ਹੱਥ ਨਾ ਪਾਵਨ ਪਾਵਤ ਹੈ ਨਾ ਹੱਥ ਨੇ ਨਾਲ ਸਰੀਰ ਦੇ ਨਾ ਪੈਰ ਹਨ ਇਸ ਮਾਦ ਪਏ ਸਭ ਜਾਣਿਓ ਨਾ ਜਾਈ ਸਾਰੇ ਹੈਰਾਨ ਹੋ ਰਹੇ ਨੇ ਵੀ ਇਹ ਕਿਵੇਂ ਮਾਰਿਆ ਗਿਆ ਏਦਾਂ ਕਿਵੇਂ ਕੌਣ ਮਾਰਦਾ ਹੈ ਕੋਨੇ ਹਤਿਓ ਯਹ ਹੋ ਤੋ ਬਲੀਅਤ ਕਹਿੰਦੇ ਤਾਂ ਬਲੀ ਬੜਾ ਸੀ ਇਹਨੂੰ ਕੌਣ ਮਾਰ ਗਿਆ ਆਯੁਧ ਕੋ ਛੱਤ ਲਾਗਿਓ ਨਾ ਕੋ ਕਹਿੰਦੇ ਸ਼ਸਤਰ ਦਾ ਵੀ ਕੋਈ ਫੱਟ ਨਹੀਂ ਹੈ ਵੀ ਇੱਥੇ ਕੋਈ ਤਲਵਾਰ ਦਾ ਫੱਟ ਲੱਗਾ ਹੋਵੇ ਏਦਾਂ ਵੀ ਨਜ਼ਰ ਨਹੀਂ ਆਉਂਦਾ ਫਿਰ ਵਿਚਾਰ ਕੀਓ ਸਭ ਨੇ ਫਿਰ ਉਹਨਾਂ ਨੇ ਵਿਚਾਰ ਕੀਤੀ ਕਹੀ ਸਿੰਦਰੀ ਬਾਨੀ ਪਈ ਸੱਚ ਸੋ ਕਹਿੰਦੇ ਉਹ ਜਿਹੜੀ ਦਾਸੀ ਕਹਿੰਦੀ ਸੀ ਨਾ ਵੀ ਮੇਰੇ ਰਖਵਾਲੇ 5 ਗੰਧਰਵ ਨੇ ਲੱਗਦਾ ਉਹਨਾਂ 5 ਗੰਧਰਵਾਂ ਵਿੱਚੋਂ ਹੀ ਕੋਈ ਇਹਨੂੰ ਮਾਰ ਗਿਆ ਇੱਥੇ ਬੰਦਾ ਤਾਂ ਨਹੀਂ ਏਦਾਂ ਕੋਈ ਮਾਰ ਸਕਦਾ ਬੰਦੇ ਨੂੰ ਕਹਿੰਦੇ ਵੀ ਕੋਈ ਉਹ ਗੰਧਰਵ ਹੀ ਹੈ ਜਿਹੜਾ ਉਸ ਦਾਸੀ ਨੂੰ ਕਰੀਚਕ ਨੇ ਛੇੜਿਆ ਸੀ ਮੰਦ ਬਿਰਤੀ ਰੱਖ ਕੇ ਇਸੇ ਕਰਕੇ ਉਹਦੀ ਰੱਖਿਆ ਕਰਨ ਵਾਸਤੇ ਕਰੀਚਕ ਨੂੰ ਗੰਧਰਵਾਂ ਨੇ ਮਾਰ ਦਿੱਤਾ ਗੰਧਰਵ ਤਾਂ ਕੇ ਹੁਤੇ ਰਖਵਾਰ ਗੰਧਰਵ ਉਹਦੇ ਰਖਵਾਲੇ ਸਨ ਅਵਗਿਆ ਬਿਲੋਕ ਕੇ ਮਾਰ ਦਿਓ ਔਰ ਅਵਗਿਆ ਵੇਖ ਕੇ ਉਹੀ ਮਾਰ ਗਏ ਨੇ ਜੋਧ ਲਹਿ ਤਾਂ ਲੱਗਿਆ ਅੰਗ ਆਯੁਧ ਕਹਿੰਦੇ ਜੇ ਯੋਧੇ ਲੜਦੇ ਤੇ ਸ਼ਸਤਰਾਂ ਦੇ ਫੱਟ ਲੱਗਣੇ ਸੀ ਇੱਥੇ ਸਰੀਰ ਤੇ ਕੋਈ ਫੱਟ ਨਹੀਂ ਲੱਗਾ ਹੋਇਆ ਤਲਵਾਰ ਦਾ ਜਾਂ ਕੋਈ ਸ਼ਸਤਰ ਦਾ ਐਸੇ ਬਣਾਏ ਕਹੈ ਮਿਲ ਸੋ ਏਦਾਂ ਲੋਕ ਆਪੋ ਵਿੱਚ ਗੱਲਾਂ ਕਰਦੇ ਆ ਦੋਹਰਾ ਭਰਾਤ ਹੁਤੇ ਸਤ ਤਾਹੇ ਕੇ ਕਰਹਿ ਪ੍ਰਲਾਪ ਪੁਕਾਰ ਕਹਿੰਦੇ ਫਿਰ ਕਰੀਚਕ ਦੇ ਅੱਗੇ 7 ਭਰਾ ਸੀ ਉਹ ਹੁਣ ਉੱਥੇ ਪਹੁੰਚੇ ਤੇ ਉਹ ਬਿਰਲਾਪ ਕਰਨ ਜਿਨ੍ਹਾਂ ਦਾ ਭਰਾ ਹੋਇਆ ਉਹ ਆਖਣ ਕਿ ਜਿਸ ਔਰਤ ਦੇ ਗੰਧਰਵ ਜਿਹੜੇ ਰੱਖੇ ਨੇ ਉਹਨਾਂ ਨੇ ਸਾਡਾ ਭਰਾ ਮਾਰਿਆ ਤੇ ਅਸੀਂ ਆਪਣੇ ਭਰਾ ਦੀ ਚਿਖਾ ਵਿੱਚ ਔਰਤ ਨੂੰ ਸਾੜ ਕੇ ਮਾਰਨਾ ਹੁਣ ਉਹ ਇਹ ਨੀਤੀ ਤੇ ਆ ਗਏ ਪਾਂਡਵਾਂ ਵਾਸਤੇ ਫਿਰ ਸਮੱਸਿਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ ਰੋਵੈ ਪਾਂਡਵ ਭਏ ਮਜੂਰ ਇਸ ਪੰਕਤੀ ਦੀ ਵਿਆਖਿਆ ਚੱਲ ਰਹੀ ਹੈ ਕਿ ਕਿਵੇਂ ਕਿਵੇਂ ਇਹਨਾਂ ਨੂੰ ਰੋਣਾ ਕੁਰਲਾਉਣਾ ਪਿਆ ਇੰਨੇ ਬਲੀ ਸੀ 5 ਪਾਂਡਵ ਕੈਸੀ ਦਸ਼ਾ ਨੂੰ ਪ੍ਰਾਪਤ ਹੋਏ
ਉਹ ਵਿਆਖਿਆ ਅੱਗੇ ਮਹਾਂਕਵੀ ਜੀ ਕਰ ਰਹੇ ਨੇ, ਹੋਈਆਂ ਭੁੱਲਾਂ ਚੁੱਕਾਂ ਦੀ ਖੇਵਾ। ਵਾਹਿਗੁਰੂ 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 ਵਾਹਿਗੁਰੂ